ਦੋਸਤੋ ਬਹੁਤ ਕਾਫੀ ਲੰਬੇ ਦਹਾਕਿਆਂ ਤੋਂ ਪੰਜਾਬ ਦੇ ਲੋਕ ਵੱਖ-ਵੱਖ ਪੱਛਮੀ ਦੇਸ਼ਾਂ ਵੱਲ ਪ੍ਰਵਾਸ ਕਰਦੇ ਆ ਰਹੇ ਹਨ, ਜਿਨ੍ਹਾਂ ਵਿੱਚ ਇੰਗਲੈਂਡ, ਅਮਰੀਕਾ, ਕੈਨੇਡਾ, ਜਰਮਨ ਵਰਗੇ ਦੇਸ਼ਾਂ ਦਾ ਖਾਸ ਤੌਰ ਤੇ ਵਰਣਨ ਕੀਤਾ ਜਾ ਰਿਹਾ ਹੈ। ਇਹਨਾਂ ਦੇਸ਼ਾਂ ਵਿੱਚ ਪੰਜਾਬੀਆਂ ਨੇ ਆ ਕੇ ਜਿੱਥੇ ਆਪਣੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਆਪਣੇ ਮਕਾਮਾਂ ਨੂੰ ਹਾਸਲ ਕੀਤਾ ਹੈ, ਉੱਥੇ ਮੈਂ ਸਮਝਦਾ ਕਿ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਵੀ ਵਿਦੇਸ਼ਾਂ ਵਿੱਚ ਪਹੁੰਚ ਕੇ ਆਪਣੀ ਉਚੇਰੀ ਸਿੱਖਿਆ ਹੀ ਪ੍ਰਾਪਤ ਨਹੀਂ ਕੀਤੀ, ਸਗੋਂ ਉਹਨਾਂ ਨੇ ਵੀ ਆਰਥਿਕ ਤੇ ਵਪਾਰਕ ਖੇਤਰ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ। ਮੇਰੀ ਮੁਰਾਦ ਹੈ ਰਾਜਵੰਤ ਕੌਰ ਜੀ, ਜਿਨ੍ਹਾਂ ਨੇ ਪੰਜਾਬ ਤੋਂ ਕੁਝ ਸਮਾਂ ਪਹਿਲਾਂ ਇੱਥੇ ਪਹੁੰਚ ਕੇ ਆਪਣੀ ਅਣਥੱਕ ਮਿਹਨਤ ਕਰਕੇ, ਆਪਣੀ ਇਮਾਨਦਾਰੀ ਦੇ ਨਾਲ ਆਪਣੇ ਵਪਾਰਕ ਖੇਤਰ ਵਿੱਚ, ਆਪਣੇ ਨੌਕਰੀ ਪੇਸ਼ਾ ਖੇਤਰ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ। ਉੱਥੇ ਉਹਨਾਂ ਨੇ ਇੱਥੇ ਆਣ ਕੇ ਆਪਣੀ ਉਚੇਰੀ ਵਿੱਦਿਆ ਵੀ ਪ੍ਰਾਪਤ ਕੀਤੀ। ਦੋਸਤੋ, ਅੱਜ ਮੈਂ ਸ਼੍ਰੀਮਤੀ ਰਾਜਵੰਤ ਕੌਰ ਨੂੰ ਰਜਵਿੰਦਰ ਕੌਰ ਜੀ ਨੂੰ ਤੁਹਾਡੇ ਰੂਬਰੂ ਕਰ ਰਿਹਾ ਹਾਂ। ਆਓ ਉਹਨਾਂ ਦੀ ਜ਼ਬਾਨੀ ਆਪਾਂ ਸੁਣੀਏ ਕਿ ਉਹਨਾਂ ਦਾ ਜਿਹੜਾ ਸਫ਼ਰ ਹੈ, ਇੱਕ ਬਚਪਨ ਤੋਂ ਲੈ ਕੇ ਅਮਰੀਕਾ ਪਹੁੰਚਣ ਤੱਕ ਔਰ ਇੱਥੇ ਪਹੁੰਚ ਕੇ ਉਹਨਾਂ ਨੇ ਫਿਰ ਵੀ ਕਿਹੜੀਆਂ-ਕਿਹੜੀਆਂ ਪ੍ਰਾਪਤੀਆਂ ਕੀਤੀਆਂ। ਇਸ ਦੌਰਾਨ ਸਭ ਤੋਂ ਪਹਿਲਾਂ ਮੈਂ ਰਜਵਿੰਦਰ ਕੌਰ ਜੀ ਨੂੰ ਆਪਣੇ ਸ਼ੋਅ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦਾ ਔਰ ਉਹਨਾਂ ਦਾ ਧੰਨਵਾਦ ਵੀ ਕਰਦਾ, ਜਿਨ੍ਹਾਂ ਨੇ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਵਕਤ ਕੱਢ ਕੇ ਸਾਡੇ ਸ਼ੋਅ ਵਿੱਚ ਸ਼ਾਮਲ ਹੋ ਕੇ ਸਾਨੂੰ ਧੰਨਵਾਦੀ ਬਣਾਇਆ ਹੈ। ਰਜਵਿੰਦਰ ਜੀ, ਸਤਿ ਸ਼੍ਰੀ ਅਕਾਲ, ਤੁਹਾਨੂੰ ਜੀ ਆਇਆਂ। ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਸਭ ਤੋਂ ਪਹਿਲਾਂ ਰਜਵਿੰਦਰ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡਾ ਪਿਛੋਕੜ ਪੰਜਾਬ ਦੇ ਨਾਲ ਹੈ। ਤੁਸੀਂ, ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਕਿ ਤੁਸੀਂ ਉੱਥੇ ਵੀ ਉਚੇਰੀ ਵਿੱਦਿਆ ਪ੍ਰਾਪਤ ਕੀਤੀ, ਫਿਰ ਤੁਸੀਂ ਜਾ ਕੇ ਅਮਰੀਕਾ ਆਏ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਤੁਹਾਡੇ ਪਰਿਵਾਰਿਕ ਪਿਛੋਕੜ ਬਾਰੇ। ਤੁਹਾਡਾ ਬਚਪਨ ਕਿਸ ਤਰ੍ਹਾਂ ਦਾ ਰਿਹਾ, ਉਹਦੇ ਵਿੱਚ ਕਿਸ ਤਰ੍ਹਾਂ ਦੇ ਤੁਹਾਨੂੰ ਚੰਗੀਆਂ ਮਾੜੀਆਂ ਗੱਲਾਂ ਬਚਪਨ ਦੇ ਵਿੱਚ ਦਿਸੀਆਂ, ਤੁਸੀਂ ਬਚਪਨ ਦਾ ਆਨੰਦ ਮਾਣਿਆ ਜਾਂ ਕੁਝ ਤਰੁੱਟੀਆਂ ਰਹਿ ਗਈਆਂ, ਇਹਨਾਂ ਬਾਰੇ ਤੁਸੀਂ ਥੋੜਾ ਬਹੁਤ ਚਾਨਣਾ ਜਿਹੜਾ ਸਾਡੇ ਦਰਸ਼ਕਾਂ ਲਈ ਪਾਓ। ਹਾਂਜੀ, ਸੋ ਸਾਰਿਆਂ ਨੂੰ ਫਿਰ ਤੋਂ ਮੇਰੀ ਸਤਿ ਸ਼੍ਰੀ ਅਕਾਲ। ਮੈਂ ਰਾਜਵਿੰਦਰ ਕੌਰ, ਮੈਂ ਫਰੀਦਕੋਟ ਜ਼ਿਲ੍ਹੇ ਦੇ, ਜੋ ਉਸ ਟਾਈਮ ਫਰੀਦਕੋਟ ਸੀ, ਹੁਣ ਮੁਕਤਸਰ ਜ਼ਿਲ੍ਹੇ ਦੇ ਹਾਂਜੀ। ਪਿੰਡ ਮੱਲਨ ਦੀ ਜੰਪਲ ਹਾਂ। ਤੇ ਇਸ ਟਾਈਮ ਮੈਂ ਬਤੌਰ ਸੀਨੀਅਰ ਇੰਜੀਨੀਅਰਿੰਗ ਮੈਨੇਜਰ ਐਬਸਕੋ, ਜੋ ਕਿ ਪਲੈਜ਼ੈਂਟਨ ਵਿੱਚ ਹੈ, ਉੱਥੇ ਮੈਂ ਜੌਬ ਕਰ ਰਹੀ ਹਾਂ। ਸੋ ਮੇਰਾ ਸਫ਼ਰ ਜਿਹੜਾ ਸੀ ਕਾਫੀ ਲੰਬਾ ਸੀਗਾ। ਤੇ ਤੁਸੀਂ ਬਚਪਨ ਦੀ ਗੱਲ ਕੀਤੀ ਮੇਰੇ ਨਾਲ। ਹਾਂਜੀ। ਹਾਂਜੀ, ਮੇਰਾ ਬਚਪਨ ਜਿਹੜਾ ਸੀਗਾ ਉਹ ਮਤਲਬ ਆਮ ਜਿੱਦਾਂ ਨੋਰਮਲ ਕੁੜੀਆਂ ਹੁੰਦੀਆਂ, ਮਤਲਬ ਮੇਰੇ ਪੇਰੈਂਟਸ ਜਿਹੜੇ ਸੀਗੇ ਦੋਨੋਂ ਵਰਕਿੰਗ ਸੀਗੇ, ਜੌਬ ਕਰਦੇ ਸੀਗੇ। ਮੰਮੀ ਮੇਰੇ ਟੀਚਰ ਸੀ, ਡੈਡੀ ਮੇਰੇ ਬੈਂਕ ਮੈਨੇਜਰ ਸੀਗੇ। ਸੋ ਮੇਰਾ ਬਚਪਨ ਜਿਹੜਾ ਹੈ ਜਿੱਦਾਂ ਆਮ ਨੋਰਮਲ ਮਿਡਲ ਕਲਾਸ ਫੈਮਿਲੀ ਹੁੰਦੀ ਹੈ, ਉਸ ਅਹ, ਤਰ੍ਹਾਂ ਬੀਤਿਆ। ਉਸ ਤਰ੍ਹਾਂ ਦਾ ਕੋਈ ਇੰਨੀ ਮਤਲਬ ਔਖ ਨਹੀਂ ਸੀ, ਤੰਗੀ ਨਹੀਂ ਸੀ, ਤੇ ਮਤਲਬ ਲੈਵਿਸ਼ਨੈਸ ਵੀ ਨਹੀਂ ਸੀ। ਹਾਂਜੀ। ਹਾਂ, ਤੁਸੀਂ ਜਿਹੜੀ ਹਾਈ ਸਕੂਲ ਦੀ ਪੜ੍ਹਾਈ ਆ ਉਹ ਕਿੱਥੋਂ ਪ੍ਰਾਪਤ ਕੀਤੀ, ਤੇ ਉਸ ਤੋਂ ਬਾਅਦ ਹਾਈ ਸਕੂਲ ਪਾਸ ਕਰਨ ਤੋਂ ਬਾਅਦ ਤੁਸੀਂ ਉਚੇਰੀ ਵਿੱਦਿਆ ਜਿਹੜੀ ਆ ਕਿਹੜੇ ਕਾਲਜ ਜਾਂ ਕਿਹੜੀ ਸੰਸਥਾ ਵਿੱਚ ਜਾ ਕੇ ਪ੍ਰਾਪਤ ਕੀਤੀ? ਹਾਂਜੀ, ਸੋ ਮੇਰਾ ਹਾਈ ਸਕੂਲ ਸੀਗਾ ਜਿਹੜਾ ਉਹ ਮੁਕਤਸਰ 'ਚ ਹੀ, ਮੈਂ ਮਤਲਬ +2 ਕੀਤੀ ਹੈ। 10th ਤੱਕ ਮੈਂ ਲਿਟਲ ਫਲਾਵਰ ਕਨਵੈਂਟ ਸਕੂਲ 'ਚ ਪੜ੍ਹੀ ਹਾਂ, ਤੇ ਉਸ ਤੋਂ ਬਾਅਦ ਮੈਂ ਰੂਪਾਨਾ ਗਵਰਨਮੈਂਟ ਸਕੂਲ ਤੋਂ ਜਿਹੜੀ ਹੈ ਉਹ +2 ਕੀਤੀ ਹੈ। ਤੇ ਫਿਰ ਉਸ ਤੋਂ ਬਾਅਦ ਮੈਂ ਮਤਲਬ ਇੰਜੀਨੀਅਰਿੰਗ ਟੈਸਟ ਜਿੱਦਾਂ ਹੁੰਦੇ ਆ ਆਪਣੇ, ਉਹ ਦੇ ਕੇ ਤੇ ਫਿਰ ਮੇਰੀ ਇੰਜੀਨੀਅਰਿੰਗ ਕਾਲਜ ਦੇ ਵਿੱਚ ਐਡਮਿਸ਼ਨ ਹੋ ਗਈ ਸੀ। ਤੇ ਫਿਰ ਮੈਂ ਆਪਣੀ ਇੰਜੀਨੀਅਰਿੰਗ ਜਿਹੜੀ ਹੈ ਉਹ ਵੀ ਮੁਕਤਸਰ ਦੇ ਆਸ-ਪਾਸ ਹੀ, ਜਿੱਦਾਂ ਮਲੋਟ ਸ਼ਹਿਰ ਹੈ, ਉੱਥੋਂ ਕੀਤੀ ਹੈ। ਹਾਂਜੀ। ਆਮ ਤੌਰ ਤੇ ਰਜਿੰਦਰ, ਕੁੜੀਆਂ ਜਿਹੜੀਆਂ ਪੜ੍ਹਾਈ ਕਰਦੀਆਂ ਜਾਂ ਤਾਂ ਮੈਡੀਕਲ ਸੈਕਸ਼ਨ ਦੇ ਵਿੱਚ ਜਾਂਦੀਆਂ ਜਾਂ ਕੋਈ ਟੀਚਿੰਗ ਸੈਕਸ਼ਨ ਦੇ ਵਿੱਚ ਜਾਂਦੀਆਂ ਜਾਂ ਇਹੋ ਜਿਹਾ ਹੋਰ ਕਿਸੇ ਕਿੱਤੇ ਵੱਲ ਨੂੰ ਦੌੜਦੀਆਂ, ਲੇਕਿਨ ਤੁਸੀਂ ਇੰਜੀਨੀਅਰਿੰਗ ਵੱਲ ਦੇ ਪਾਸੇ ਕਿਉਂ ਤੁਰੇ? ਇਹਦੇ ਪਿੱਛੇ ਕੀ ਕਾਰਨ ਸੀ? ਹਾਂਜੀ, ਇੱਕ ਤਾਂ ਆਈ ਵੁੱਡ ਸੇ ਕਿ ਮੇਰਾ ਮੈਥ ਬਹੁਤ ਸਟਰੋਂਗ ਸੀਗਾ। ਤੇ
ਦੂਸਰੀ ਗੱਲ ਹੈ ਕਿ ਮੇਰੇ ਫਾਦਰ ਸਾਹਿਬ ਹਮੇਸ਼ਾ ਹੀ ਮੈਨੂੰ ਮੋਟੀਵੇਟ ਕਰਦੇ ਸੀਗੇ ਕਿ ਯੂ نو ਮਤਲਬ ਇੰਜੀਨੀਅਰਿੰਗ ਕਰਕੇ ਉਹਨਾਂ ਦਾ ਮਤਲਬ ਹਮੇਸ਼ਾ ਮੈਨੂੰ ਟ੍ਰੇਨ ਕਰਦੇ ਰਹੇ ਕਿ ਮੈਂ ਆਈਪੀਐਸ ਆਫੀਸਰ ਬਣਾ, ਬਟ ਜੋ ਕਿ ਮਤਲਬ ਬਾਅਦ ਚੋਂ ਨਹੀਂ ਮੇਰਾ ਉਧਰ ਨੂੰ ਮੁੱਖ ਹੋਇਆ, ਬਟ ਉਹਨਾਂ ਦਾ ਹਮੇਸ਼ਾ ਤੋਂ ਇਹੀ ਸੀਗਾ ਕਿ ਮੈਂ ਇੱਕ ਆਈਪੀਐਸ ਆਫੀਸਰ ਬਣਾ। ਬਟ ਮੇਰੇ ਕੋਲ ਇੱਕ ਇਹੋ ਜਿਹੀ ਡਿਗਰੀ ਵੀ ਹੋਵੇ ਵੀ ਜੇ ਮੈਂ ਆਈਪੀਐਸ ਨਾ ਕਰ ਸਕਾਂ ਤਾਂ ਮੈਂ ਕਿਤੇ ਵੀ ਜਾ ਕੇ ਆਪਦੇ ਆਪ ਨੂੰ ਇਸਟੈਬਲਿਸ਼ ਕਰ ਸਕਾਂ ਤੇ ਮੈਨੂੰ ਕਿਸੇ ਵੱਲ ਮਤਲਬ ਦੇਖਣਾ ਨਾ ਪਵੇ ਲਾਈਫ ਦੇ ਵਿੱਚ। ਸੋ ਹਾਂਜੀ। ਆਈ ਥਿੰਕ ਮੇਰੇ ਜਿਹੜੇ ਪਿਤਾ ਜੀ ਹੈ ਜਾਂ ਮੇਰੇ ਫਾਦਰ ਨੇ, ਇਹ ਉਹਨਾਂ ਦੀ ਸੋਚ ਦੇ ਬਦੌਲਤ ਮੈਂ ਉੱਥੇ ਪਹੁੰਚੀ। ਰਜਵਿੰਦਰ, ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਆ, ਆਪਾਂ ਆਪਣੀ ਸੁਸਾਇਟੀ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ, ਆਪਣੇ ਪਰਿਵਾਰਾਂ ਦਾ ਵੀ ਆਪਾਂ ਨੂੰ ਪਤਾ ਹੈ। ਆਮ ਤੌਰ ਤੇ ਆਪਣੇ ਜਿਹੜੇ ਪਰਿਵਾਰ ਆ, ਹੁਣ ਤਾਂ ਕੁਛ ਕਾਫੀ ਸੁਧਾਰ ਹੋ ਚੁੱਕਾ। ਆਪਣੇ ਪਰਿਵਾਰ ਜਿਹੜੇ ਆ ਆਪਣੀਆਂ ਬੱਚੀਆਂ ਨੂੰ ਦੂਰ ਦੁਰਾਡੇ ਸ਼ਹਿਰ ਦੇ ਵਿੱਚ ਉਚੇਰੀ ਵਿੱਦਿਆ ਲਈ ਭੇਜਣ ਤੋਂ ਗੁਰੇਜ਼ ਕਰਦੇ ਆ। ਭਾਵੇਂ ਅੱਜ ਸਮਾਂ ਬਦਲ ਚੁੱਕਾ ਹੈ, ਅੱਜ ਦੇ ਹਾਲਾਤ ਥੋੜ੍ਹੇ ਜਿਹੇ ਡਿਫਰੈਂਟ ਹੈ, ਤੇ ਤੁਹਾਨੂੰ ਤੁਹਾਡੇ ਪਰਿਵਾਰ ਨੇ, ਤੁਹਾਡੇ ਪੇਰੈਂਟਸ ਨੇ ਕੋਈ ਉੱਥੇ ਕਾਲਜ ਵਿੱਚ ਦਾਖਲ ਹੋਣ ਤੋਂ ਰੋਕਿਆ, ਜਾਂ ਤੁਹਾਨੂੰ ਡਿਸਕਰੇਜ ਕੀਤਾ, ਜਾਂ ਉਹਨਾਂ ਨੇ ਕੋਈ ਆਪਣੀ ਤੌਖਲਾ ਪ੍ਰਗਟ ਕੀਤਾ ਵੀ ਅਸੀਂ ਕੁੜੀ ਨੂੰ ਉੱਥੇ ਨਹੀਂ ਪੜ੍ਹਨ ਲਈ ਭੇਜਣਾ? ਹਾਂਜੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਮੇਰੇ ਪੇਰੈਂਟਸ ਲੱਕੀਲੀ ਮਤਲਬ ਕਾਫੀ ਬ੍ਰੌਡ ਮਾਈਂਡਡ ਸੀ ਉੱਥੋਂ ਦੇ ਹਿਸਾਬ ਨਾਲ। ਪਰ ਹਾਂਜੀ, ਜਿੱਦਾਂ ਹੁਣ ਤੁਸੀਂ ਮੈਨੂੰ ਪਿਨ ਪੁਆਇੰਟ ਕੀਤਾ ਇਸ ਚੀਜ਼ ਲਈ, ਬਟ ਕਿਤੇ ਨਾ ਕਿਤੇ ਆਪਣੇ ਪੇਰੈਂਟਸ ਨੂੰ ਇਹ ਹੁੰਦਾ ਹੈ ਕਿ ਜਿਹੜੀ ਸਾਡੀ ਬੇਟੀ ਹੈ ਜਾਂ ਜਿਹੜੀ ਸਾਡੀ ਸਪੈਸ਼ਲੀ ਫੀਮੇਲ ਜਿਹੜੀ ਹੁੰਦੀ ਹੈ ਵੀ ਉਹ ਸਾਡੀ ਦੇਖ ਰੇਖ 'ਚ ਰਵੇ, ਸਾਡੇ ਆਸੇ ਪਾਸੇ ਰਵੇ, ਅਸੀਂ ਅਪਰੋਚੇਬਲ ਹੋਈਏ। ਸੋ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਨੀ ਹਾਂ ਕਿ ਮੈਨੂੰ ਜਦੋਂ ਮੈਂ ਬਹੁਤ ਛੋਟੀ ਸੀਗੀ ਤਾਂ ਮੈਨੂੰ ਡਿਊਨ ਸਕੂਲ ਤੋਂ ਆਫਰ ਆਇਆ ਸੀਗਾ, ਮਤਲਬ ਮੈਂ ਉਹਦਾ ਐਂਟਰੈਂਸ ਟੈਸਟ ਦਿੱਤਾ ਸੀਗਾ, ਬਟ ਕਿਤੇ ਨਾ ਕਿਤੇ ਮੇਰੇ ਪੇਰੈਂਟਸ ਨੂੰ ਸੀਗਾ ਇਹ ਕਿ ਵੀ ਅਸੀਂ ਨਹੀਂ ਦੂਰ ਭੇਜਣਾਗਾ, ਤੇ ਮਤਲਬ ਮੈਨੂੰ ਫਿਰ ਉਹਨਾਂ ਨੇ ਲੋਕਲ ਜਿਹੜੇ ਸਕੂਲ ਅਵੇਲੇਬਲ ਸੀਗੇ ਉੱਥੇ ਪਾਇਆ। ਸਿਮਿਲਰ ਚੀਜ਼ ਜਿਹੜੀ ਮੈਂ ਐਕਸਪੀਰੀਅੰਸ ਕੀਤੀ ਜਦੋਂ ਮੇਰੀ ਐਡਮਿਸ਼ਨ ਹੋਈ ਆ ਕਾਲਜ ਦੇ ਵਿੱਚ। ਸੋ ਮੇਰੀ ਦੋ ਕਾਲਜਾਂ 'ਚ ਐਡਮਿਸ਼ਨ ਹੋਈ ਸੀਗੀ, ਇੱਕ ਥੋੜਾ ਦੂਰ ਸੀ ਘਰ ਤੋਂ, ਇੱਕ ਨੇੜੇ ਸੀਗਾ। ਦੂਰ ਵਾਲਾ ਜਿਹੜਾ ਉਹ ਥੋੜਾ ਜਿਹਾ ਜਿੱਦਾਂ ਬੈਟਰ ਸੀਗਾ, ਨੇੜੇ ਵਾਲਾ ਜਿਹੜਾ ਉਹ ਥੋੜਾ ਘੱਟ ਬੈਟਰ ਸੀ, ਨਵਾਂ ਸੀ। ਬਟ ਹਾਂਜੀ। ਮਤਲਬ ਮੇਰਾ ਮਾਈਂਡ ਸੈਟ ਜਿਹੜਾ ਜਾਂ ਮੈਨੂੰ ਮੋਟੀਵੇਟ ਇਸ ਤਰ੍ਹਾਂ ਨਾਲ ਕੀਤਾ ਗਿਆ ਕਿ ਮੈਂ ਉਹ ਚੀਜ਼ ਚੂਜ਼ ਕਰਾਂ ਜਿਹੜੀ ਘਰ ਦੇ ਨੇੜੇ ਹੈ, ਤੇ ਮਤਲਬ ਮੇਰੇ ਪੇਰੈਂਟਸ ਅਗੇਨ ਮੈਨੂੰ ਦੇਖ ਸਕਣ, ਜਿੱਥੇ ਮੇਰੇ ਨਾਨਕੇ ਵੀ ਉੱਥੇ, ਸੋ ਮੇਰੇ ਰਿਸ਼ਤੇਦਾਰ ਜਾਂ ਮਤਲਬ ਉਹ ਮੈਨੂੰ ਚੈੱਕ ਰੱਖਣ ਜਾਂ ਮਤਲਬ ਮੇਰੇ ਆਸ-ਪਾਸ ਰਹਿਣ, ਇਰਦ-ਗਿਰਦ ਰਹਿਣ। ਠੀਕ ਹੈ ਜੀ। ਹਾਂਜੀ, ਹਾਂਜੀ। ਰਾਜਵਿੰਦਰ, ਜਿਸ ਤਰ੍ਹਾਂ ਆਪਾਂ ਜੇ ਤੁਹਾਡੇ ਬਚਪਨ ਦੀਆਂ ਗੱਲਾਂ ਕਰ ਰਹੇ ਹਾਂ, ਤੇ ਹਮ, ਇੱਕ ਮੈਂ ਕੁਐਸਚਨ ਬੜਾ ਆਪਣੇ ਪਰਿਵਾਰਕ ਹਲਕਿਆਂ ਵਿੱਚ ਪੁੱਛਿਆ ਜਾਂਦਾ ਵੀ ਤੁਸੀਂ ਤੇ ਤੁਹਾਡੇ ਭਰਾ ਦੇ ਵਿੱਚੋਂ, ਦੋਵਾਂ ਵਿੱਚੋਂ ਆਪਣੇ ਫਾਦਰ ਦੇ ਨੇੜੇ ਸੀ ਤੁਸੀਂ, ਜਾਂ ਆਪਣੀ ਮਾਂ ਦੇ ਨੇੜੇ ਸੀ ਜ਼ਿਆਦਾ? ਨਹੀਂ ਜੀ, ਮੈਂ ਦੋਨਾਂ ਦੇ ਹੀ ਨੇੜੇ ਸੀਗੀ। ਅੱਛਾ। ਹਾਂਜੀ, ਪਰ ਮੈਂ ਹਾਂਜੀ ਇਹ ਜ਼ਰੂਰ ਕਹਿਣਾ ਚਾਹੂੰਗੀ ਵੀ ਆਪਣੀ ਜਿਹੜੀ ਸੋਚ ਹੁੰਦੀ ਹੈ, ਜਿੱਦਾਂ ਘਰ ਦੇ ਵਿੱਚ ਕੁੜੀਆਂ ਤੇ ਇੱਕ ਮੁੰਡਾ ਹੋਵੇ ਤਾਂ ਕੁੜੀ ਨੂੰ ਥੋੜੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਜ਼ਿਆਦਾ ਦਿੱਤੀ ਜਾਂਦੀ ਹੈ, ਜਾਂ ਉਹਨੂੰ ਇੱਕ ਮਤਲਬ ਇੱਕ ਪੇਰੈਂਟਸ ਆਪਣੇ ਵੱਲੋਂ ਸਹੀ ਗੱਲ ਕਰਦੇ ਨੇ, ਮਤਲਬ ਪ੍ਰੋਟੈਕਟ ਕਰਦੇ ਨੇ, ਪਰ ਉਹ ਕਿਤੇ ਨਾ ਕਿਤੇ ਕੁੜੀਆਂ ਦੇ ਮਨ 'ਚ ਇਹ ਵੀ ਕਲਟੀਵੇਟ ਕਰ ਰਹੇ ਨੇ ਕਿ ਉਹ ਮਤਲਬ ਜਿਵੇਂ ਉਹਨਾਂ ਨੂੰ ਲੋੜ ਹੈ ਕਿਸੇ ਦੀ, ਯੂ نو। ਠੀਕ ਹੈ ਜੀ। ਹਾਂਜੀ, ਸੋ ਠੀਕ। ਮੈਂ ਵੀ ਇਦਾਂ ਦਾ ਐਕਸਪੀਰੀਅੰਸ ਕੀਤਾ। ਮੇਰੇ ਪੇਰੈਂਟਸ ਜਿਹੜੇ ਆ ਹਮੇਸ਼ਾ ਹੀ ਮੇਰੇ ਲਈ ਉਹਨਾਂ ਦਾ ਸੌਫਟ ਕਾਰਨਰ ਹੁੰਦਾ ਸੀ, ਪ੍ਰੋਟੈਕਸ਼ਨ ਬਹੁਤ ਜ਼ਿਆਦਾ ਹੁੰਦੀ ਸੀਗੀ। ਅੱਛਾ ਜੀ। ਹਾਂਜੀ। ਤੇ ਕਦੀ ਬਚਪਨ ਦੇ ਵਿੱਚ ਤੁਸੀਂ ਆਪਣੀ ਮਾਂ ਕੋਲੋਂ ਕੁੱਟ ਖਾਧੀ? ਹਾਂਜੀ, ਇੱਕ ਵਾਰੀ ਖਾਧੀ ਹੈ। ਇੱਕ ਵਾਰੀ? ਇੱਕ ਵਾਰੀ ਯਾਦ ਹੈ, ਹਾਂਜੀ। ਅੱਛਾ, ਚਲੋ ਇਹ ਤੁਹਾਡੀ ਇੱਕ ਕਹਾਣੀ। ਆਮ ਤੌਰ ਤੇ ਰਜਵਿੰਦਰ, ਆਪਾਂ ਹੁਣ ਤਾਂ ਸਮਾਜ ਆਪਣਾ ਬਦਲ ਚੁੱਕਾ, ਦੁਨੀਆ ਦੇ ਦੇਸ਼ਾਂ ਦੀਆਂ ਜਿਹੜੀ ਹਾਲਾਤ ਹੈ, ਇਕਨੋਮਿਕ ਸਿਚੁਏਸ਼ਨ ਹੈ, ਉਹ ਵੀ ਬਦਲ ਚੁੱਕੀ ਆ। ਮੈਨ ਪਾਵਰ ਦੀ ਸ਼ਾਰਟੇਜ ਵੀ ਇੱਕ ਡਿਫਰੈਂਟ ਕਹਾਣੀ ਦੱਸਦੀ ਆ। ਆਮ ਤੌਰ ਦੇ ਉੱਤੇ ਜਦੋਂ ਆਪਾਂ ਬਾਹਰ ਆਉਂਦੇ ਹਾਂ ਜਾਂ ਬਾਹਰ ਆਉਣ ਦੀ ਸੋਚਦੇ ਹਾਂ, ਆਮ ਤੌਰ ਦੇ ਉੱਤੇ ਕੁੜੀਆਂ ਜਿਹੜੀਆਂ ਜਾਂ ਉਹਨਾਂ ਦੇ ਪੇਰੈਂਟਸ ਜਿਹੜੇ ਆ, ਆਪਣੀ ਕੁੜੀ ਦਾ ਜਿਹੜਾ ਵਿਆਹ ਕਰਕੇ ਉਹ ਬਾਹਰ ਦਾ ਮੁੰਡਾ ਕੋਈ ਲੱਭ ਕੇ ਉਹਨੂੰ ਇਸੇ ਤਰੀਕੇ ਨਾਲ ਬਾਹਰ ਭੇਜਣਾ ਉਹ ਪਸੰਦ ਕਰਦੇ ਆ, ਤਾਂ ਕਿ ਕੁੜੀ ਜਦੋਂ ਬਾਹਰ ਵਿਦੇਸ਼ ਵਿੱਚ ਜਾਵੇ, ਉੱਥੇ ਜਾ ਕੇ ਉਹਨੂੰ ਕਿਸੇ ਕਿਸਮ ਦੀ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਉਹਦੇ ਇਨਲਾਜ਼ ਉਹਦੇ ਨਾਲ ਹੋਣਗੇ। ਤੋ ਮੀਆਂ ਬੀਵੀ ਦੋਵੇਂ ਜਣੇ ਇਕੱਠੇ ਰਲ ਕੇ ਆਪਣੀ ਸਟਰਗਲ ਕਰਕੇ ਆਪਣੇ ਆਪ ਨੂੰ ਐਸਟੈਬਲਿਸ਼ ਜਿਹੜਾ ਉਹ ਉੱਥੇ ਕਰ ਸਕਣਗੇ। ਤੁਸੀਂ ਕਿਹੜਾ ਰਸਤਾ ਅਖਤਿਆਰ ਕੀਤਾ ਅਮਰੀਕਾ ਪਹੁੰਚਣ ਦੇ ਲਈ, ਔਰ ਇੱਥੇ ਪਹੁੰਚਣ ਦੇ ਲਈ ਤੁਹਾਨੂੰ ਇੰਡੀਆ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦੇ ਨਾਲ ਜੂਝਣਾ ਪਿਆ?
ਹਾਂਜੀ, ਸੋ ਮੈਂ ਤੁਹਾਡੇ ਪਹਿਲੇ ਕੁਐਸਚਨ ਦਾ ਜਵਾਬ ਦਿੰਦੀ ਹਾਂ ਕਿ ਮੈਂ ਵਿਆਹ ਕਰਕੇ ਨਹੀਂ ਆਈ ਸੀਗੀ। ਮੈਂ ਮਤਲਬ ਆਪਣਾ ਮੈਂ ਐਡਮਿਸ਼ਨ ਲਈ ਇੱਥੇ ਐਮਟੈਕ ਦੇ ਵਿੱਚ, ਤੇ ਫਿਰ ਉਹ ਮੈਂ ਸਟੂਡੈਂਟ ਵੀਜ਼ੇ ਤੇ ਇੱਥੇ ਆਈ ਸੀਗੀ। ਸੋ ਮੈਂ ਆਪਣੀ ਪੜ੍ਹਾਈ ਕਰਨ ਦੇ ਮੰਤਵ ਨਾਲ ਇੱਥੇ ਆਈ ਸੀਗੀ, ਜਦੋਂ ਮੈਂ ਮਤਲਬ ਸ਼ੁਰੂਆਤ ਕੀਤੀ ਹੈ ਹਾਂਜੀ। ਇਸ ਕੰਟਰੀ। ਹਾਂਜੀ। ਤੁ- ਤੁਸੀਂ ਇੱਥੇ ਇਕੱਲਿਆਂ ਫਿਰ ਆਏ ਜਾਂ ਕਿ ਤੁਹਾਡੇ ਫੈਮਿਲੀ ਮੈਂਬਰਸ ਵੀ ਨਾਲ ਆਏ? ਨਹੀਂ ਜੀ, ਮੈਂ ਇਕੱਲੀ ਸੀਗੀ ਉਸ ਟਾਈਮ ਤੇ। 2007 ਵਿੱਚ ਆਈ ਹਾਂ ਮੈਂ। ਉਦੋਂ ਬਹੁਤ ਘੱਟ ਕੁੜੀਆਂ ਜਿਹੜੀਆਂ ਸੀ ਮਾਲਵਾ ਰੀਜਨ ਤੋਂ, ਮੈਨੂੰ ਲੱਗਦਾ ਹੈ ਕਿ ਇੱਥੇ ਇਕੱਲੀਆਂ ਆਉਂਦੀਆਂ ਸੀ। ਹੁਣ ਤਾਂ ਖੈਰ ਬਹੁਤ ਕਾਮਨ ਹੋ ਗਿਆ, ਹਾਂਜੀ। ਬਟ ਉਦੋਂ ਤਾਂ ਆਈ ਥਿੰਕ ਜੇ ਮੈਂ ਨਜ਼ਰ ਮਾਰਾਂ ਮੇਰੀ ਫੈਮਿਲੀ ਫਰੈਂਡਸ, ਮੇਰੀ ਫੈਮਿਲੀ 'ਚ, ਐਕਸਟੈਂਡਡ ਫੈਮਿਲੀ 'ਚ, ਤੇ ਮੈਨੂੰ ਲੱਗਦਾ ਵੀ ਮੈਂ ਪਹਿਲੀ ਹੀ ਕੁੜੀ ਹਾਂ ਜਿਹੜੀ ਇੱਥੇ ਆਈ ਸੀਗੀ ਇਕੱਲੀ। ਅੱਛਾ, ਇੱਥੇ ਪਹੁੰਚਣ ਦੇ ਜਿੱਦਾਂ ਸਾਨੂੰ ਵੀ ਬੜੀਆਂ ਹਾਰਡਸ਼ਿਪ ਦਾ ਸਾਹਮਣਾ ਕਰਨਾ ਪਿਆ। ਮੇਰੇ ਖਿਆਲ ਹਰ ਇੱਕ ਬੰਦੇ ਨੂੰ, ਹਰ ਇੱਕ ਪਰਿਵਾਰ ਨੂੰ ਜਦੋਂ ਇੱਥੇ ਪਹੁੰਚਦਾ, ਭਾਵੇਂ ਉਹ ਆਪਣੇ ਕਿਸੇ ਰਿਸ਼ਤੇਦਾਰ ਕੋਲ ਆਵੇ, ਕਿਸੇ ਭੈਣ ਭਰਾ ਦੇ ਕੋਲ ਆਵੇ, ਲੇਕਿਨ ਉਹਨਾਂ ਨੂੰ ਬਹੁਤ ਜ਼ਿਆਦੀਆਂ ਜਿਹੜੀਆਂ ਸਮੱਸਿਆਵਾਂ ਦਾ ਇੱਥੇ ਆਣ ਕੇ ਇਹ ਮੁਕਾਬਲਾ ਕਰਨਾ ਪੈਂਦਾ। ਤੁਸੀਂ ਜਦੋਂ ਇੱਥੇ ਨਵੇਂ ਨਵੇਂ ਆਏ, ਤੁਹਾਨੂੰ ਕਿਹੜੀਆਂ ਹਾਰਡਸ਼ਿਪ ਦਾ ਮੁਕਾਬਲਾ ਕਰਨਾ ਪਿਆ? ਹਾਂਜੀ। ਅਮ, ਹਾਂਜੀ, ਮੈਂ ਇਹਨਾਂ ਨੂੰ ਕੈਟੇਗਰਾਈਜ਼ ਕਰਾਂਗੀ। ਕਾਫੀ ਤਰ੍ਹਾਂ ਦੀਆਂ ਡਿਫਰੈਂਟ ਲੈਵਲ ਦੀਆਂ ਹਾਰਡਸ਼ਿਪਸ ਹੁੰਦੀਆਂ। ਇੱਕ ਤਾਂ ਮਤਲਬ ਤੁਹਾਨੂੰ ਇਨਵਾਇਰਮੈਂਟਲ ਜਿਹੜਾ ਚੇਂਜ, ਮੈਂ ਕਿਉਂਕਿ ਸ਼ਿਕਾਗੋ ਆਈ ਸੀਗੀ। ਹਾਂਜੀ। ਸ਼ਿਕਾਗੋ ਇਜ਼ ਅ ਬਿਗ ਸਿਟੀ, ਬਹੁਤ ਵੱਡਾ ਸ਼ਹਿਰ ਹੈ। ਡਿਪੈਂਡ ਕਰਦਾ ਕਿੱਥੋਂ ਕਿੱਥੇ ਆ ਰਹੇ ਹੋ। ਜੇ ਕੋਈ ਬੰਦਾ ਚੰਡੀਗੜ੍ਹ ਤੋਂ ਹੁਣ ਕਿਸੇ ਛੋਟੇ ਸ਼ਹਿਰ ਆ ਰਿਹਾ ਤਾਂ ਉਹਨੂੰ ਸ਼ਾਇਦ ਇਹ ਮਹਿਸੂਸ ਨਾ ਹੋਵੇ, ਪਰ ਮੈਂ ਇੱਕ ਛੋਟੇ ਟਾਊਨ ਤੋਂ, ਮੁਕਤਸਰ ਤੋਂ, ਜਿੱਥੇ ਕਿ ਦੋ ਮੰਜ਼ਿਲਾਂ ਤੋਂ ਜ਼ਿਆਦਾ ਸ਼ਾਇਦ ਬਿਲਡਿੰਗ ਨਹੀਂ ਹੋਣੀਗੀ, ਹੁੰਦੀ। ਹਾਂਜੀ ਹਾਂਜੀ। ਵੱਡੇ ਸ਼ਹਿਰ ਚ ਆਈ ਤਾਂ ਮੈਨੂੰ ਆਈ ਥਿੰਕ ਇੱਕ ਤਾਂ ਮੈਨੂੰ ਇੰਟੀਮੀਡੇਟਿੰਗ ਬਹੁਤ ਲੱਗਿਆ। ਉਹ ਇਨਫਰਾਸਟ੍ਰਕਚਰ ਜਿਹੜਾ ਸੀਗਾ ਮੈਨੂੰ ਬਹੁਤ ਇੰਟੀਮੀਡੇਟਿੰਗ ਲੱਗਿਆ। ਦੂਸਰੀ ਗੱਲ ਹੈ ਕਿ ਇਨਵਾਇਰਮੈਂਟਲ ਚੇਂਜਸ ਹੁੰਦੀਆਂ। ਮੈਂ ਜਦੋਂ ਆਈ ਸੀਗੀ 27 ਦਸੰਬਰ ਦਾ ਦਿਨ ਸੀਗਾ, ਸਨੋ ਪਈ ਸੀ ਫਸਟ, ਤੇ ਕਾਫੀ ਮਤਲਬ ਲੋ ਟੈਂਪਰੇਚਰ ਸੀਗਾ। ਸੋ ਉਹ ਵੀ ਇੱਕ ਅਲੱਗ ਤਰ੍ਹਾਂ ਦਾ ਚੈਲੰਜ ਹੁੰਦਾ। ਤੁਸੀਂ ਸਨੋ ਨਹੀਂ ਵੇਖੀ ਹੁੰਦੀ, ਜਾਂ ਤੁਸੀਂ ਮਤਲਬ ਇੰਨੀ ਠੰਡ ਦੇ ਯੂਜ਼ ਟੂ ਨਹੀਂ ਹੁੰਦੇਗੇ। ਸੋ ਇੱਕ ਉਹ ਚੈਲੰਜ ਸੀ। ਬਾਕੀ ਜਿਹੜਾ ਮੇਨ ਚੈਲੰਜ ਆਉਂਦਾ ਹੈਗਾ, ਲੈਂਗੁਏਜ ਦਾ ਵੀ ਆਉਂਦਾ। ਈਵਨ ਦੋ ਮੈਂ ਕਨਵੈਂਟ ਸਕੂਲ ਚ ਗਈ ਸੀ, ਮੈਨੂੰ ਜਦੋਂ ਮੈਂ ਇੱਥੇ ਆਈ ਹਾਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਸੀਗੀ, ਕਿਉਂਕਿ ਐਕਸੈਂਟ ਡਿਫਰੈਂਟ ਹੁੰਦਾ, ਫਲੂਐਂਸੀ ਹਾਂਜੀ ਡਿਫਰੈਂਟ ਇੱਥੇ। ਹਾਂਜੀ। ਹਾਂਜੀ ਤੇ ਇੱਕ ਹੋਰ ਮੈਂ ਐਡ ਕਰਨਾ ਚਾਹਾਂਗੀ, ਜਿਹੜੀ ਕਿ ਬਹੁਤ ਹੀ ਮਹੱਤਵਪੂਰਨ ਹੈ, ਕਿ ਤੁਹਾਨੂੰ ਜੋ ਇਮੋਸ਼ਨਲੀ ਜਿਹੜੇ ਟਰਮੋਇਲ ਚੋਂ ਜਾਂਦੇ ਹੋ ਤੁਸੀਂ, ਕਿਉਂਕਿ ਤੁਸੀਂ ਆਪਣੀ ਫੈਮਿਲੀ, ਘਰ ਦੇ ਕਜ਼ਨਸ, ਜੋ ਵੀ ਹੈ, ਮਤਲਬ ਜੋ ਤੁਸੀਂ ਐਸੋਸੀਏਟ ਕਰਦੇ ਹੋ ਜਿਸ ਚੀਜ਼ ਨਾਲ 22-23 ਸਾਲ ਤੱਕ, ਉਹ ਸਭ ਵਾਈਪ ਆਊਟ ਹੋ ਕੇ ਇੱਕ ਨਵੇਂ ਵਰਲਡ ਦੇ ਵਿੱਚ ਆ ਜਾਂਦੇ ਹੋ ਤੁਸੀਂ, ਜਿੱਥੇ ਤੁਸੀਂ ਹੌਲੀ ਹੌਲੀ ਐਸੋਸੀਏਟ ਕਰਨਾ ਸ਼ੁਰੂ ਕਰਦੇ ਹੋ। ਬਟ ਉਸ ਟਾਈਮ ਤੇ ਬਹੁਤ ਜ਼ਿਆਦਾ ਤੁਹਾਨੂੰ ਮਤਲਬ ਓਵਰਵੈਲਮਿੰਗ ਲੱਗਦੀ ਹੈ ਉਹ ਚੀਜ਼, ਤੇ ਯੂ ਫੀਲ ਲੌਸਟ ਕਲਚਰਲੀ ਆਲਸੋ, ਸੋਸ਼ਲੀ, ਮਤਲਬ ਯੂ ਫੀਲ ਆਊਟ ਆਫ ਪਲੇਸ। ਹਾਂਜੀ। ਸੋ ਮੈਨੂੰ, ਹਾਂਜੀ, ਇਹ ਜਿਹੜੀਆਂ ਇਮੋਸ਼ਨ ਸੀਗੀਆਂ, ਮਤਲਬ ਇਹਨਾਂ ਨੂੰ ਓਵਰਕਮ ਕਰਨ ਨੂੰ ਥੋੜਾ ਟਾਈਮ ਲੱਗਿਆ। ਤੁਸੀਂ ਜਦੋਂ ਨਵੇਂ ਨਵੇਂ ਇੱਥੇ ਆਏ ਅਮਰੀਕਾ ਦੇ ਵਿੱਚ, ਤੁਹਾਨੂੰ ਬਹੁਤ ਸਾਰੇ ਪੰਜਾਬੀ ਭਾਈਚਾਰੇ ਦੀਆਂ ਔਰਤਾਂ, ਮਰਦ, ਨੌਜਵਾਨ ਮੁੰਡੇ ਕੁੜੀਆਂ ਮਿਲੇ ਹੋਣਗੇ। ਉਹਨਾਂ ਦਾ ਤੁਹਾਡੇ ਪ੍ਰਤੀ ਜਿਹੜਾ ਬਿਹੇਵੀਅਰ ਸੀ, ਉਹ ਕਿਸ ਤਰ੍ਹਾਂ ਦਾ ਸੀ? ਹਾਂਜੀ, ਮੈਨੂੰ ਮਤਲਬ ਪੜ੍ਹਨ ਦੌਰਾਨ ਤੇ ਇੰਨੇ ਲੋਕਾਂ ਨਾਲ ਮੇਰਾ ਵਾਹ ਨਹੀਂ ਪਿਆਗਾ। ਹਾਂਜੀ। ਤੇ ਕਾਫੀ ਲੇਟਰ ਜਦੋਂ ਮਤਲਬ ਮੇਰਾ ਵਿਆਹ ਹੋਇਆ, ਉਸ ਤੋਂ ਬਾਅਦ ਮਤਲਬ ਮੈਂ ਲਿਟਰਲੀ ਪੰਜਾਬੀ ਸੁਸਾਇਟੀ ਜਿਹੜੀ ਆ ਉਹ ਦੇਖੀ ਹੈ ਇੱਥੇ ਆ ਕੇ। ਤੇ ਹਾਂਜੀ, ਮੈਨੂੰ ਇਹ ਲੱਗਦਾ ਕਿ ਹਰ ਤਰ੍ਹਾਂ ਦੇ ਲੋਕ ਹਰ ਸੁਸਾਇਟੀ 'ਚ ਹੁੰਦੇ ਆ, ਇੱਥੇ ਵੀ ਹੈਗੇ ਆ। ਪਰ ਇੱਕ ਚੀਜ਼ ਮੈਨੂੰ ਜਿਹੜੀ ਸਟੈਂਡ ਆਊਟ ਹੁੰਦੀ ਹੈ, ਉਹ ਇਹ ਲੱਗਦੀ ਹੈ ਕਿ ਬੀਇੰਗ ਪੰਜਾਬੀਜ਼, ਜਾਂ ਜਿਹੜੀ ਕਮਿਊਨਿਟੀ ਥਿੰਕਿੰਗ ਹੈ ਸਾਡੀ, ਉਹ ਈਵਨ ਦੋ ਅਸੀਂ ਇੰਡੀਆ ਬੈਠੇ ਹਾਂ ਜਾਂ ਇੱਥੇ ਬੈਠੇ ਹਾਂ, ਕਈ ਚੀਜ਼ਾਂ ਜਿਹੜੀਆਂ ਉਹ ਅਸੀਂ ਉਹਨਾਂ ਤੋਂ ਉੱਪਰ ਨਹੀਂ ਉੱਠ ਪਾਏ ਹਾਂ। ਮਤਲਬ ਉਹ ਉਦਾਂ ਹੀ ਨੇ, ਐਗਜ਼ਿਸਟ ਉਹ ਕਰ। ਐਜ਼ ਇਟ ਇਜ਼ ਹੀ ਹੈਗੀਆਂ। ਹਾਂਜੀ ਹਾਂਜੀ। ਅੱਛਾ, ਤੁਸੀਂ ਇੱਥੇ ਜਦੋਂ ਪਹੁੰਚੇ ਤੇ ਤੁਸੀਂ ਜਿਹੜੀ ਆਪਣੀ ਐਜੂਕੇਸ਼ਨ ਹੋਰ ਕਰਨ ਨੂੰ ਪ੍ਰੈਫਰ ਕੀਤਾ ਜਾਂ ਵਿਆਹ ਵੱਲ ਦੇ ਪਾਸੇ ਸੋਚਣਾ ਸ਼ੁਰੂ ਕੀਤਾ? ਨਹੀਂ ਜੀ, ਮੈਂ ਤਾਂ ਆਫ ਕੋਰਸ ਮੈਂ ਆਪਣੀ ਮਤਲਬ ਮਾਸਟਰਸ ਪੂਰੀ ਕੀਤੀ। ਉਸ ਤੋਂ ਬਾਅਦ ਮੇਰਾ ਮੇਨ ਮੋਟਿਵ ਸੀਗਾ ਕਿ
ਜੌਬ ਲੱਭਣੀ ਹੈ, ਜੌਬ ਲੱਭ ਕੇ ਫਿਰ ਸਟੇਬਲ ਜੌਬ ਲੱਭਣੀ ਹੈ, ਕਿਉਂਕਿ ਮੈਂ ਜਦੋਂ ਗ੍ਰੈਜੂਏਟ ਹੋਈ ਹਾਂ 2008 ਦੇ ਵਿੱਚ, ਤਾਂ ਬਹੁਤ ਮਾੜਾ ਟਾਈਮ ਚੱਲ ਰਿਹਾ ਸੀ ਇੱਥੇ, ਸਾਰੇ ਰਿਸੈਸ਼ਨ ਸੀਗਾ। ਹਾਂਜੀ। ਹਾਂਜੀ। My main focus was just to establish myself, find a job, and then think about rest of the stuff. ਤੁਸੀਂ ਫਿਰ ਇੱਥੇ ਆਣ ਕੇ ਕਿਹੜੀ ਐਜੂਕੇਸ਼ਨ ਲਈ? ਹਾਂਜੀ, ਬਸ ਮੈਂ ਮਾਸਟਰਸ ਪੂਰੀ ਕੀਤੀ ਹੈ, ਉਸ ਤੋਂ ਬਾਅਦ ਮੈਂ ਆਪਣਾ ਮਤਲਬ ਜੌਬ ਤੇ ਰਾਈਟ ਅਵੇ ਜਿੱਦਾਂ ਸਵਿਚ ਓਵਰ ਕਰ ਲਿਆ ਸੀ ਜਦੋਂ ਮੇਰੀ ਗ੍ਰੈਜੂਏਸ਼ਨ ਹੋਈ ਆ, ਤੇ ਉਸ ਤੋਂ ਬਾਅਦ ਆਈ ਬੀਨ ਵਰਕਿੰਗ ਵਿਦਆਊਟ ਅ ਸਟਾਪ ਫॉर ਲਾਈਕ ਆਲਮੋਸਟ 14 years now. ਮੈਰਿਜ ਜਿਹੜੀ ਆ ਤੁਹਾਡੀ ਸ਼ਿਕਾਗੋ 'ਚ ਹੋਈ ਜਾਂ ਫਿਰ ਇੱਥੇ ਬੇ ਏਰੀਆ 'ਚ ਆਣ ਕੇ ਹੋਈ? ਨਹੀਂ ਜੀ, ਹਾਂਜੀ, ਮੈਰਿਜ ਮੇਰੀ ਹੈ ਜਿਹੜੀ ਉਹ ਕੈਲੀਫੋਰਨੀਆ ਵਿੱਚ ਹੋਈ ਆ। ਅੱਛਾ ਜੀ, ਹਾਂਜੀ। ਠੀਕ ਹੈ ਜੀ। ਤੇ ਤੁਸੀਂ ਇੱਥੇ ਆਣ ਕੇ ਪੰਜਾਬੀ ਸਮਾਜ ਨੂੰ ਵੀ ਬਹੁਤ ਨੇੜਿਓਂ ਤੱਕਿਆ। ਪੰਜਾਬ ਦੇ ਮੁੰਡੇ ਕੁੜੀਆਂ ਜਿਹੜੇ ਇੱਥੇ ਆਣ ਕੇ ਰਹਿੰਦੇ ਆ ਜਾਂ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਲਈ ਸੰਘਰਸ਼ ਕਰਦੇ ਆ, ਉਹਨਾਂ ਨਾਲ ਵੀ ਤੁਹਾਡਾ ਵਾਹ ਵਾਸਤਾ ਪਿਆ ਹੋਣਾ। ਕੁਛ ਹਾਂਜੀ। ਕਪਲਸ ਦੇ ਨਾਲ ਵੀ ਤੁਹਾਡਾ ਵਾਹ ਵਾਸਤਾ ਪਿਆ ਹੋਣਾ, ਜਿਹੜਾ ਪੰਜਾਬੀ ਕਪਲ ਹੈ। ਤੇ ਤੁਹਾਡਾ ਉਹਨਾਂ ਦੇ ਨਾਲ ਜਦੋਂ ਤੁਸੀਂ ਮਿਲਦੇ ਰਹੇ ਆ ਜਾਂ ਜਦੋਂ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੇ ਆ, ਤੁਸੀਂ ਕੀ ਪ੍ਰਭਾਵ ਜਿਹੜਾ ਉਹਨਾਂ ਤੋਂ ਲਿਆ ਹੈ? ਹਾਂਜੀ, ਮਤਲਬ ਤੁਸੀਂ ਮੈਨੂੰ ਥੋੜਾ ਜਿਹਾ ਸਪੈਸੀਫਿਕ ਦੱਸੋ ਕਿ ਆਪਾਂ ਕਿਸ ਡਾਇਰੈਕਸ਼ਨ 'ਚ, ਮਤਲਬ ਨਹੀਂ, ਜਿਸ ਤਰ੍ਹਾਂ ਮੈਂ ਕਿਹਾ context- ਨਾ, ਤੁਸੀਂ ਪੰਜਾਬ ਤੋਂ ਆਏ ਆ, ਹਾਂਜੀ। ਤੁਹਾਨੂੰ ਇੱਥੇ ਦਾ ਵਾਤਾਵਰਨ, ਇੱਥੇ ਦੀ ਸੁਸਾਇਟੀ ਬਹੁਤ ਡਿਫਰੈਂਟ ਲੱਗੀ ਹੋਊਗੀ ਫਾਰ ਦੀ ਟਾਈਮ ਬੀਇੰਗ ਵੀ। ਇਹ ਥੋੜਾ ਜਿਹਾ ਪੰਜਾਬ ਦੇ ਨਾਲੋਂ ਫਰਕ ਹੈਗਾ ਇੱਥੇ ਦੇ ਲੋਕਾਂ ਵਿੱਚ ਵੀ, ਇੱਥੇ ਦੀ ਇਨਵਾਇਰਮੈਂਟ ਵਿੱਚ ਵੀ, ਤੇ ਇੱਥੇ ਦੀ ਸੁਸਾਇਟੀ ਵਿੱਚ ਵੀ। ਤੇ ਹਾਂਜੀ। ਤੁਹਾਨੂੰ ਕਿਸੇ ਵਿਆਹ ਸ਼ਾਦੀਆਂ ਤੇ ਛੋਟੀ ਮੋਟੀ ਈਵੈਂਟ ਦੇ ਉੱਤੇ ਬਹੁਤ ਸਾਰੇ ਤੁਹਾਡੀ ਫਰੈਂਡਸ਼ਿਪ ਵੀ ਕਈ ਕੁੜੀਆਂ ਮੁੰਡਿਆਂ ਨਾਲ ਹੋਈ ਹੋਊਗੀ। ਤੇ ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਉਹਨਾਂ ਨੂੰ ਕਿਸ ਨਜ਼ਰੀਏ ਦੇ ਨਾਲ, ਕਿਸ ਅੱਖ ਦੇ ਨਾਲ ਉਹਨਾਂ ਨੂੰ ਦੇਖਿਆ ਵੀ ਇਹ ਕਿਹੋ ਜਿਹੇ ਦੌਰ ਦੇ ਵਿੱਚੋਂ ਜਿਹੜੇ ਆ ਗੁਜ਼ਰਿਆ ਇੱਥੇ ਆਣ ਕੇ, ਮੁੰਡੇ ਕੁੜੀਆਂ ਸਾਰੇ? ਹਾਂਜੀ, ਜੇ ਤੁਸੀਂ ਸਪੈਸੀਫਿਕਲੀ ਮੁੰਡੇ ਕੁੜੀਆਂ ਦੀ ਗੱਲ ਕਰੋ, ਤਾਂ ਮਤਲਬ ਐਵਰੀਬਡੀ ਹੈਜ਼ ਅ ਡਿਫਰੈਂਟ ਪਰਸਨੈਲਿਟੀ, ਬਟ ਔਨ ਅ ਕਾਮਨ ਗਰਾਊਂਡ ਜੇ ਆਪਾਂ ਗੱਲ ਕਰੀਏ, ਤਾਂ ਮੈਨੂੰ ਇਹ ਲੱਗਦਾ ਹੈ ਕਿ ਇਟ ਰੀਅਲੀ ਡਿਪੈਂਡਸ ਕਿ ਇੰਡੀਵਿਜੂਅਲ ਜਿਹੜਾ ਤੁਹਾਡੇ ਨਾਲ ਵਾਹ ਪੈਂਦਾ ਉਹ ਕਿੱਦਾਂ ਦਾ ਹੈ, ਹਨਾ। ਹਾਂਜੀ। ਸੋ ਬਟ ਬੇਸਿਕਲੀ ਐਜ਼ ਆਈ ਸੈਡ ਅਰਲੀਅਰ, ਕਿ ਕਾਫੀ ਲੋਕ ਕਾਫੀ ਉੱਪਰ ਵੀ ਉੱਠ ਚੁੱਕੇ ਨੇ, ਤੇ ਕਾਫੀ ਲੋਕ ਹਜੇ ਕਈ ਚੀਜ਼ਾਂ 'ਚ ਸਟਕ ਨੇ, ਜਿਹੜੀਆਂ ਆਪਾਂ ਇੰਡੀਆ 'ਚ ਜਿਵੇਂ ਹੈਗੀਆਂ, ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਇੰਪਰੂਵਮੈਂਟ ਕਰਨੀ ਚਾਹੀਦੀ ਹੈ, ਕਈ ਹਾਂਜੀ, ਉੱਥੇ ਸਟਕ ਲੱਗਦੇ ਨੇ। ਹਾਂਜੀ। ਤੁਸੀਂ ਪੰਜਾਬ ਦੇ ਵਾਤਾਵਰਨ ਚੋਂ ਉੱਠ ਕੇ ਆਏ ਹੋ, ਇੱਥੇ ਐਜੂਕੇਸ਼ਨ ਵੀ ਪ੍ਰਾਪਤ ਕੀਤੀ, ਇੱਥੇ ਆਣ ਕੇ ਤੁਸੀਂ ਵੈਸਟਰਨ ਕਲਚਰ ਦੇ ਵਿੱਚ, ਵੈਸਟਰਨ ਪ੍ਰਭਾਵ ਦੇ ਵਿੱਚ ਆਣ ਕੇ ਆਪਣੀ ਸ਼ਾਦੀ ਵੀ ਕਰਵਾਈ। ਤੇ ਤੁਹਾਨੂੰ ਐਡਜਸਟਮੈਂਟ ਕਰਨ ਲੱਗਿਆਂ ਕੋਈ ਹਸਬੈਂਡ ਵਾਈਫ 'ਚ ਕੋਈ ਬਹੁਤ ਜ਼ਿਆਦਾ ਕੋਈ ਅਚੇਚੀ ਕੋਈ ਕੋਸ਼ਿਸ਼ ਨਹੀਂ ਕਰਨੀ ਪਈ? ਹਾਂਜੀ, ਮੇਰੀ ਅਰੇਂਜ ਮੈਰਿਜ ਹੋਈ ਸੀਗੀ, ਜਿੱਦਾਂ ਹਰ ਅਰੇਂਜ ਮੈਰਿਜ ਹੁੰਦੀ ਹੈ, ਤਾਂ ਹਾਂਜੀ। ਉਹਦੇ ਤੁਹਾਡਾ ਮਾਈਂਡ ਸੈਟ ਹੁੰਦਾ ਹੈ, ਤੇ ਮਤਲਬ ਤੁਸੀਂ ਆਫ ਕੋਰਸ ਤੁਸੀਂ ਵਰਕਆਊਟ ਕਰਦੇ ਹੋ ਚੀਜ਼ਾਂ ਨੂੰ, ਉਦਾਂ ਹੀ ਮੈਂ ਮਤਲਬ ਅਸੀਂ ਵੀ ਵਰਕਆਊਟ ਕਰਦੇ ਹਾਂ, ਰਿਲੇਸ਼ਨਸ਼ਿਪ ਜਿਹੜਾ ਉਹ ਟਾਈਮ ਨਾਲ ਤੁਹਾਡਾ ਜਿਹੜਾ ਹੈਗਾ ਬਣਦਾ ਹੈਗਾ, ਹਨਾ। ਹਾਂਜੀ। ਯਾ ਸੋ ਬਟ ਆਈ ਥਿੰਕ ਹਾਂਜੀ, ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਇੱਥੇ ਮੈਂ ਇੱਕ ਐਡਵਾਈਸ ਦਊਂਗੀ ਕਿ ਜਿਹੜੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਜਾਂ ਪੇਰੈਂਟਸ ਨੇ, ਹਨਾ, ਆਪਾਂ ਜਦੋਂ ਵੀ ਕੋਈ ਮਤਲਬ ਰਿਸ਼ਤਾ ਕਰਦਾ ਹੈ ਜਾਂ ਕਰਾਉਂਦੇ ਆ ਜਾਂ ਵਿਆਹ ਹੁੰਦਾ ਹੈ, ਨੋਰਮਲੀ ਜੋ ਮੈਂ ਅਬਜ਼ਰਵ ਕੀਤਾ ਮੇਨਲੀ ਕੈਲੀਫੋਰਨੀਆ 'ਚ, ਜਦੋਂ ਮੈਂ ਮਤਲਬ ਫੈਮਿਲੀ ਦੇ ਉਹਦੇ ਸਰਕਲ ਵਿੱਚ ਗਈ ਆ ਜਾਂ ਜੋ ਵੀ ਹੈ, ਹਾਂਜੀ। ਕਿ ਸਾਡੀ ਜਿਹੜੀ ਲਿਸਟ ਹੁੰਦੀ ਹੈ, ਮਤਲਬ ਜਿੱਦਾਂ ਆਪਾਂ ਅਕਸਰ ਹੀ ਕਹਿੰਦੇ ਆ ਕਿ ਮੁੰਡਾ ਪੜ੍ਹਿਆ ਲਿਖਿਆ ਹੋਵੇ ਜਾਂ ਮਤਲਬ ਪੈਸੇ ਵਧੀਆ ਕਮਾਉਂਦਾ ਹੋਵੇ, ਕਮਾਊ ਹੋਵੇ ਜੀ, ਉਹਦੀ ਕਾਪੀ 'ਚ ਕੋਈ ਨਾ ਕੋਈ ਹੋਣੀ ਚਾਹੀਦੀ ਐਂਟਰੀ। ਹਾਂਜੀ, ਮਤਲਬ XYZ ਜਿਹੜੀ ਆਪਣੀ ਲਿਸਟ ਹੁੰਦੀ ਹੈ, ਹਨਾ। ਹਾਂਜੀ। ਹਾਂਜੀ। ਉਹ ਲਿਸਟ ਦੇ ਵਿੱਚ ਮੈਂ ਜਦੋਂ ਵੀ ਕਿਸੇ ਨਾਲ ਗੱਲ ਕਰਦੀ ਹਾਂ, ਤਾਂ ਮੈਨੂੰ ਸਪੈਸ਼ਲੀ ਅਰੇਂਜ ਜਿੱਥੇ ਹੋ ਰਹੀਆਂ ਹੁੰਦੀਆਂ, ਮਤਲਬ ਪਰਸਨੈਲਿਟੀ ਦੀ ਗੱਲ ਕਿਤੇ ਨਹੀਂ ਕੀਤੀ ਜਾਂਦੀ ਗੀ। ਠੀਕ ਹੈ ਜੀ। ਹਾਂਜੀ, ਜੋ ਬਹੁਤ ਇੰਪੋਰਟੈਂਟ ਹੈ। ਤੇ ਇੱਕ ਮੈਂ ਹੋਰ ਚੀਜ਼ ਮਤਲਬ ਨੋਟਿਸ ਕਰਦੀ ਹਾਂ ਕਿ
ਜਿੰਨੇ ਵੀ ਆਸ-ਪਾਸ ਮੈਂ ਨਜ਼ਰ ਮਾਰ ਕੇ ਦੇਖਾਂ, ਜਿੱਥੇ ਮੈਨੂੰ ਲੱਗਦਾ ਹੈ ਕਿ ਮਤਲਬ ਡਾਈਵੋਰਸ ਹੋ ਰਹੇ ਨੇ ਜਾਂ ਜੋ ਵੀ ਹੈ, ਇਟ ਇਜ਼ ਆਲ ਬਿਕੋਜ਼ ਜਿਹੜੇ ਪੇਰੈਂਟਸ ਨੇ ਉਹ ਕਿਤੇ ਨਾ ਕਿਤੇ ਬੱਚਿਆਂ ਨੂੰ ਫੋਰਸ ਵੀ ਕਰਦੇ ਆ। ਮਤਲਬ ਬੱਚਿਆਂ ਤੋਂ ਵੀ ਗਲਤੀਆਂ ਹੁੰਦੀਆਂ, ਬਟ ਹਾਂਜੀ ਕਿਤੇ ਨਾ ਕਿਤੇ ਮਾਂ-ਪਿਓ ਆ ਜਿਹੜੇ, ਉਹਨਾਂ ਨੇ ਮਤਲਬ ਰਸ਼ 'ਚ ਜਾਂ ਫੋਰਸ ਕਰਕੇ ਜਿਹੜੇ ਉਹ ਮਤਲਬ ਡਿਸੀਜਨਸ ਦਵਾਏ ਹੁੰਦੇ ਆ ਬੱਚਿਆਂ ਨੂੰ। ਸੋ ਆਈ ਥਿੰਕ ਉਹ ਥੋੜਾ ਜਿਹਾ ਪਰਸਨੈਲਿਟੀ ਤੇ ਥੋੜਾ ਜਿਹਾ ਟਾਈਮ ਲੈ ਕੇ ਡਿਸੀਜਨ ਲੈਣੇ ਚਾਹੀਦੇ। ਇਹ ਬਹੁਤ ਇੰਪੋਰਟੈਂਟ ਡਿਸੀਜਨ ਹੁੰਦੇ ਆ ਜ਼ਿੰਦਗੀ ਦੇ। ਮੈਂ ਤਾਂ ਬਸ ਇਹੀ ਰਿਕਮੈਂਡ ਕਰਾਂਗੀ। ਹਾਂਜੀ। ਤੁਸੀਂ ਅੱਜ ਦਾ ਜਿਹੜਾ ਆਪਣਾ ਸਮਾਜ ਹੈ, ਪੰਜਾਬੀ ਭਾਈਚਾਰਾ ਆ, ਇਹਦੇ ਵਿੱਚ ਜਦੋਂ ਮੁੰਡੇ ਕੁੜੀ ਦਾ ਵਿਆਹ ਹੋ ਜਾਂਦਾ, ਉਹ ਆਪਣੀ ਜ਼ਿੰਦਗੀ ਜਿਹੜੀ ਹੈ ਇੱਕ ਉਹਦੀ ਨਵੀਂ ਸ਼ੁਰੂਆਤ ਕਰ ਲੈਂਦੇ ਆ, ਲੇਕਿਨ ਕੁਝ ਸਮਾਂ ਪਾ ਕੇ ਉਹ ਇੱਕ ਦੂਜੇ ਤੋਂ ਅੱਡ ਹੋਣ ਦਾ ਜਿਹੜਾ ਉਹ ਸੋਚਣ ਲੱਗ ਪੈਂਦੇ ਆ। ਤੁਸੀਂ ਕੀ ਸਮਝਦੇ ਆ ਇਹਦੇ ਪਿੱਛੇ ਕੀ ਕਾਰਨ ਹੋਣਗੇ ਕਿ ਇਹੋ ਜਿਹਾ ਰੁਝਾਨ ਅੱਜ ਸਾਡੇ ਸਮਾਜ ਦੇ ਵਿੱਚ ਇੱਕ ਆਮ ਹੀ ਚਾਲੂ ਹੋ ਗਿਆ? ਇੱਕ ਆਮ ਜੀ ਗੱਲ ਬਣ ਗਈ ਆ ਕਿ ਜੀ ਅੱਜ ਫਲਾਣੇ ਦਾ ਵਿਆਹ ਹੋਇਆ ਤਾਂ ਪਰਸੋਂ ਨਰਸੋਂ ਉਹਦੀ ਜਾ ਕੇ ਡਿਵੋਰਸ ਹੋ ਗਿਆ। ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਆ, ਜਾਂ ਕਿਉਂ ਅਸੀਂ ਇਸ ਪਾਸੇ ਵੱਲ ਤੁਰੇ ਆ, ਤੇ ਜੇ ਤੁਰੇ ਆ ਤੇ ਇਹਨੂੰ ਕਿਸ ਤਰ੍ਹਾਂ ਇਹ ਬਿਮਾਰੀ ਨੂੰ ਇਹਦਾ ਇਲਾਜ ਕੀਤਾ ਜਾ ਸਕਦਾ? ਹਾਂਜੀ। ਦੇਖੋ ਜੀ, ਇਹਦੇ ਵਿੱਚ ਪਹਿਲਾਂ ਕੀ ਹੁੰਦਾ ਸੀ, ਪਹਿਲੇ ਜ਼ਮਾਨੇ 'ਚ ਇਹ ਚੀਜ਼ਾਂ ਕਿਉਂ ਨਹੀਂ ਹੁੰਦੀਆਂ ਸੀਗੀਆਂ। ਪਹਿਲੇ ਜ਼ਮਾਨੇ 'ਚ ਜਿਹੜੀ ਔਰਤ ਆ ਉਹਨੂੰ ਉਹਦੇ ਕੋਲੇ ਆਪਸ਼ਨ ਹੀ ਨਹੀਂ ਹੁੰਦੀ ਸੀਗੀ, ਕਿਉਂਕਿ ਸੁਸਾਇਟੀ ਉਹਨੂੰ ਬਹੁਤ ਜ਼ਿਆਦਾ ਜੱਜ ਕਰਦੀ ਸੀਗੀ। ਹਾਂਜੀ ਮਤਲਬ ਡਿਵੋਰਸ ਮੀਨਸ ਮਤਲਬ ਉਹ ਸ਼ਾਇਦ ਇੱਕ ਔਰਤ ਦੀ ਲਾਈਫ ਹੈ ਜਿਹੜੀ, ਮਤਲਬ ਪੰਜਾਬ 'ਚ ਹੀ ਦੇਖੀ ਆਪਾਂ 50 ਸਾਲ ਪਹਿਲਾਂ, ਮਤਲਬ ਉਹ ਖਤਮ ਸੀਗੀ, ਯੂ نو। ਹਾਂਜੀ ਸੋ ਆਈ ਥਿੰਕ ਥੋੜਾ ਜਿਹਾ ਇੱਕ ਤਾਂ ਸੋਸ਼ਲੀ ਆਪਾਂ ਅਵੇਅਰ ਹੋ ਗਏ ਹਾਂ, ਰਾਈਟ। ਜੇ ਕਿਸੇ ਦੀ ਕੰਪੈਟੀਬਿਲਿਟੀ ਨਹੀਂ ਬਣ ਰਹੀ ਤਾਂ ਸਭ ਨੂੰ ਲੱਗਦਾ ਹੈ ਕਿ ਸਾਡੇ ਕੋਲ ਆਪਸ਼ਨ ਹੈਗੀ ਹੈ, ਯੂ نو, ਵੀ ਹਾਂਜੀ ਅਸੀਂ ਕੰਪੈਟੀਬਲ ਪਾਰਟਨਰ ਲੱਭ ਸਕਦੇ ਹਾਂ ਜਾਂ ਅਸੀਂ ਵਾਕ ਅਵੇ ਕਰ ਸਕਦੇ ਹਾਂ ਇਸ ਚੀਜ਼ ਤੋਂ। ਦੂਜੀ ਗੱਲ ਹੈ, ਆਈ ਥਿੰਕ ਕਿਤੇ ਨਾ ਕਿਤੇ ਤੁਹਾਡਾ ਮਾਈਂਡ ਸੈਟ ਵੀ ਹੁੰਦਾ ਹੈ ਤੇ ਪੇਸ਼ੈਂਸ ਹੁੰਦੀ ਹੈ, ਯੂ نو, ਥਿੰਗਸ ਹੈਪਨ। ਸੋ ਤੁਹਾਡਾ ਮਾਈਂਡ ਸੈਟ ਹੋਣਾ ਚਾਹੀਦਾ ਵਰਕਆਊਟ ਕਰਨ ਨੂੰ, ਰਿਲੇਸ਼ਨਸ਼ਿਪ ਨੂੰ। ਤੇ ਬਾਕੀ ਇਹ ਹੈ ਕਿ ਆਈ ਥਿੰਕ ਅਗੇਨ ਆਈਲ ਕਮ ਬੈਕ ਟੂ ਮਾਈ ਪੁਆਇੰਟ ਕਿ ਅੱਜ ਕੱਲ੍ਹ ਦੀ ਜਿਹੜੀ ਸੁਸਾਇਟੀ ਹੈ ਜਾਂ ਲਾਈਫ ਹੈ, ਉਹ ਪਹਿਲਾਂ ਵਾਂਗੂ ਨਹੀਂ ਰਹੀ ਕਿ ਔਰਤਾਂ ਘਰੇ ਬਹਿੰਦੀਆਂ ਨੇ, ਬਸ ਇੱਕ ਤੋਂ ਬਾਅਦ ਇੱਕ ਬੱਚੇ ਹੁੰਦੇ ਆ। ਅੱਜ ਕੱਲ੍ਹ ਉਹ ਵੀ ਕੰਮ ਕਰਦੀਆਂ ਨੇ, ਉਹ ਵੀ ਮਤਲਬ ਇਕੁਅਲ ਕੰਟਰੀਬਿਊਸ਼ਨ ਆ ਉਹਨਾਂ ਦੀ। ਸੋ ਹਾਂਜੀ ਆਈ ਥਿੰਕ ਜਿਹੜੀ ਸੁਸਾਇਟੀ ਉਹ ਚੇਂਜ ਹੋ ਰਹੀ ਹੈ, ਰਾਈਟ। ਸੋ ਸਾਨੂੰ ਮਤਲਬ ਉਹਦੇ ਹਿਸਾਬ ਨਾਲ ਆਪਣਾ ਜਿਹੜਾ ਪੇਰੈਂਟਸ ਨੂੰ ਵੀ ਚਾਹੀਦਾ ਹੈ ਕਿ ਉਹ ਪ੍ਰੈਸ਼ਰਾਈਜ਼ ਨਾ ਕਰਨ ਆਪਣੇ ਬੱਚਿਆਂ ਨੂੰ ਐਜੂਕੇਟ ਕਰਨ ਕਿ ਉਹ ਕੀ ਨੇ, ਉਹਨਾਂ ਨੂੰ ਜਾਣਨਾ ਸਿਖਾਉਣ ਕਿ ਉਹਨਾਂ ਦੀ ਪਰਸਨੈਲਿਟੀ ਕੀ ਹੈ, ਤੇ ਦੈਨ ਦੇ ਫਾਈਂਡ ਅ ਕੰਪੈਟੇਬਲ ਪਰਸਨ। ਤੇ ਮੇਰੇ ਖਿਆਲ ਨਾਲ ਇੱਕ ਪ੍ਰੋਬਲਮ ਜਿਹੜੀ ਹੈ ਕਾਫੀ ਹੱਦ ਤੱਕ ਸੋਲਵ ਹੋ ਸਕਦੀ ਹੈ। ਇੱਕ ਜਿਹੜਾ ਟ੍ਰੈਂਡ ਹੈ ਉਹ ਅਸੀਂ ਬਚਪਨ ਵਿੱਚ ਵੀ ਸੁਣਦੇ ਦੇਖਦੇ ਹੁੰਦੇ ਸੀ, ਉਹ ਟ੍ਰੈਂਡ ਜਿਹੜਾ ਆਪਣੇ ਪਰਿਵਾਰਾਂ ਵਿੱਚ ਅਜੇ ਵੀ ਚੱਲ ਰਿਹਾ। ਬੇਸ਼ੱਕ ਅਸੀਂ ਆਪਣੇ ਆਪ ਨੂੰ ਬੜੇ ਅਗਾਂਹ ਵਧੂ ਸਮਝਦੇ ਹਾਂ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਣ ਦਾ ਆਪਣੇ ਆਪ ਨੂੰ ਕਲੇਮ ਵੀ ਕਰਦੇ ਹਾਂ ਕਿ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਚੱਲ ਰਹੇ ਹਾਂ। ਫਿਰ ਵੀ ਅੱਜ ਦਾ ਜਿਹੜਾ ਸਾਡਾ ਸਮਾਜ ਹੈ, ਉਹ ਆਪਣੇ ਪਰਿਵਾਰ ਵਿੱਚ ਇੱਕ ਮੁੰਡੇ ਦੇ ਪੈਦਾ ਹੋਣ ਨਾਲ ਤਾਂ ਵਾਧਾ ਹੁੰਦਾ ਦੇਖ ਸਕਦਾ ਬੜੀ ਖੁਸ਼ੀ ਦੇ ਨਾਲ, ਲੇਕਿਨ ਆਪਣੇ ਪਰਿਵਾਰ ਦੇ ਵਿੱਚ ਕਿਸੇ ਕੁੜੀ ਦੇ ਪੈਦਾ ਹੋਣ ਦੇ ਨਾਲ ਉਸ ਪਰਿਵਾਰ ਵਿੱਚ ਜਿਹੜਾ ਵਾਧਾ ਹੋਇਆ ਜਾਂ ਹੋ ਰਿਹਾ, ਉਹਨੂੰ ਸਾਡਾ ਸਮਾਜ ਬਹੁਤ ਵਧੀਆ ਤਰੀਕੇ ਨਾਲ, ਰਿਸਪੈਕਟੇਬਲ ਤਰੀਕੇ ਨਾਲ ਅਜੇ ਦੇਖਣ ਦੇ ਸਮਰੱਥ ਨਹੀਂ ਹੋ ਸਕਿਆ। ਇਹਦੇ ਪਿੱਛੇ ਕੀ ਤੁਸੀਂ ਕਹਿਣਾ ਚਾਹੁੰਦੇ? ਹਾਂਜੀ। ਵੈਸੇ ਤਾਂ ਜੇ ਆਪਾਂ ਨਜ਼ਰ ਮਾਰੀਏ ਤਾਂ ਕਾਫੀ ਚੇਂਜ ਹੋ ਚੁੱਕੇ ਨੇ ਲੋਕੀ, ਬਟ ਹਜੇ ਵੀ ਸਾਡੀ ਸੁਸਾਇਟੀ ਦੇ ਵਿੱਚ ਕੁਝ ਕੁ ਲੋਕ ਨੇ ਜਿਹੜੇ ਇਹ ਸੋਚ ਰੱਖਦੇ ਨੇ ਬਈ ਕੁੜੀਆਂ ਦੇ ਜੰਮਣ ਨਾਲ ਹੀ ਵਾਧਾ ਹੁੰਦਾ ਹੈ। ਹਾਂਜੀ ਹਾਂਜੀ, ਲੱਕੀਲੀ ਮਤਲਬ ਮੇਰੇ ਇਨ-ਲॉज ਇਨ ਮਾਈ ਪੇਰੈਂਟਸ ਦੇ ਡੋਂਟ ਕੇਅਰ। ਉਹ ਬਹੁਤ ਮਤਲਬ ਇਸ ਚੀਜ਼ ਤੋਂ ਮਤਲਬ ਥੋੜੇ ਜਿਹੇ ਜਿਵੇਂ ਉੱਪਰ ਉੱਠੇ ਹੋਏ ਨੇ, ਪਰ ਫਿਰ ਵੀ ਤੁਸੀਂ ਦੇਖੋ ਵੀ ਮੈਨੂੰ ਵੀ ਕਈ ਵਾਰੀ, ਜਿੱਦਾਂ ਮੈਂ ਹੁਣ ਰੀਸੈਂਟਲੀ ਇੰਡੀਆ ਗਈ ਸੀਗੀ, ਤਾਂ ਮਤਲਬ ਜਿੱਦਾਂ ਆਪਾਂ ਪਿੰਡ ਜਾਂਦੇ ਆ ਜਾਂ ਹਾਂਜੀ ਕਿਸੇ ਨਾਲ ਗੱਲ ਕਰਦੇ ਆ ਤੇ ਆਪਾਂ ਗੱਲਬਾਤ ਚ ਕੋਈ ਪੁੱਛਦਾ ਆਪਾਂ ਨੂੰ ਵੀ ਤੁਹਾਡੇ ਕਿੰਨੇ ਬੱਚੇ ਨੇ, ਤਾਂ ਆਪਾਂ ਮਤਲਬ ਵੀ ਹਾਂ 2 ਬੇਟੀਆਂ ਨੇ, ਤਾਂ ਫਿਰ ਇੱਕੋਦਮ ਇੱਕ ਵਾਈਬ ਆਉਂਦੀ ਆ, ਮਤਲਬ ਜਿਹੜੀ ਆਪਣੀ 올ਡਰ ਜਨਰੇਸ਼ਨ ਉਹਨਾਂ ਤੋਂ, ਵੀ ਇਹਦੇ ਵਿਚਾਰੇ ਤਾਂ 2 ਕੁੜੀਆਂ ਨੇ।
ਹਾਂ, So ਉਹਨੂੰ ਵਿਚਾਰੀ ਕਹਿਤਾ। Hanji, that kind of reflects your like the thinking and the whole social belief, right? ਹੂੰ ਹੂੰ So I think ਹਾਂਜੀ ਹੈਗਾ ਐਗਜ਼ਿਸਟ ਕਰਦਾ ਬਟ ਆਈ ਐਮ ਗਲੈਡ ਕਿ ਲੋਕੀ ਹੁਣ ਐਟਲੀਸਟ ਅਮਰੀਕਾ ਦੇ ਵਿੱਚ ਤਾਂ ਮਤਲਬ ਕਾਫੀ ਚੇਂਜ ਹੋ ਰਹੇ ਨੇ ਅੱਜ ਕੱਲ ਜਿੱਦਾਂ ਇਸ ਚੀਜ਼ ਤੋਂ ਬਾਹਰ ਉੱਠ ਰਹੇ ਨੇ ਹਾਂਜੀ ਅੱਛਾ, ਇਹ ਜਿਹੜਾ ਆਪਣੇ ਪਰਿਵਾਰਾਂ ਵਿੱਚ ਨਵੇਂ ਵਿਆਹੇ ਜੋੜਿਆਂ ਦੇ ਵਿੱਚ ਕਲੇਸ਼ ਜਾਂ ਰੋਜ਼ ਦਾ ਝਗੜਾ ਜਿਹੜਾ ਹੁੰਦਾ ਆ, ਉਹਦੇ ਪਿੱਛੇ ਤੁਸੀਂ ਕੀ ਸਮਝਦੇ, ਕੀ ਕਾਰਨ ਹੋ ਸਕਦੇ ਆ? ਉਹਨਾਂ ਝਗੜਿਆਂ ਦੇ ਕਾਰਨ ਕੀ ਹੋ ਸਕਦੇ ਆ? ਉਹਨਾਂ ਦਾ ਹੱਲ ਕਿਸ ਤਰ੍ਹਾਂ ਲੱਭਿਆ ਜਾਣਾ ਚਾਹੀਦਾ? ਅਮ, ਹਾਂਜੀ ਦੇਖੋ ਕਾਰਨ ਤਾਂ ਮੈਂ ਤੁਹਾਨੂੰ ਆਈ ਥਿੰਕ ਇਟ ਆਲ ਰਿਵੋਲਵਸ ਅਰਾਊਂਡ ਮੇਬੀ ਕੰਪੈਟੀਬਿਲਿਟੀ ਰਾਈਟ ਹਾਂਜੀ। ਕਿਤੇ ਨਾ ਕਿਤੇ ਕੰਪੈਟੀਬਿਲਿਟੀ ਚ ਇਸ਼ੂਜ਼ ਹੁੰਦੇ ਆ ਐਕਸੈਪਟੈਂਸ ਇਸ਼ੂਜ਼ ਹੁੰਦੇ ਆ ਤੇ ਫਿਰ ਜਿੱਦਾਂ ਮਾਈਂਡਸੈਟ ਵੀ ਜਿੱਦਾਂ ਕਹਿ ਲਓ ਬਾਕੀ ਆਈ ਥਿੰਕ ਪਹਿਲਾਂ ਸੋਸ਼ਲੀ ਇੱਕ ਸੈਟਅਪ ਹੁੰਦਾ ਸੀਗਾ ਸੋਸ਼ਲੀ ਤੁਸੀਂ ਰਿਸਪੌਂਸਿਬਲ ਹੁੰਦੇ ਸੀ ਲਾਇਬਲ ਹੁੰਦੇ ਸੀਗੇ ਜੋ ਕਿਤੇ ਨਾ ਕਿਤੇ ਆ ਕੇ ਆਈ ਥਿੰਕ ਉਹ ਘਟਦਾ ਜਾ ਰਿਹਾ ਹੁਣ ਤੇ ਹਾਂਜੀ। ਉਹਦੇ ਨਾਲ ਆਈ ਥਿੰਕ ਕਾਫੀ ਜਿਹੜੀ ਹੈਗੀ ਹੈ ਮਤਲਬ ਫਰਕ ਪੈ ਰਿਹਾ ਤੇ ਆ ਚੀਜ਼ਾਂ ਜ਼ਿਆਦਾ ਹੋ ਰਹੀਆਂ ਨੇ ਪਿੱਛੇ ਜੇ ਤੁਸੀਂ ਸੁਣਿਆ ਹੋਣਾ, ਤੁਸੀਂ ਅਵੇਅਰ ਹੋਣੇ ਇਸ ਗੱਲ ਤੋਂ, ਇੱਕ ਨਿਊਯਾਰਕ ਦੇ ਵਿੱਚ ਆਪਣੀ ਪੰਜਾਬੀ ਪਰਿਵਾਰ ਦੀ ਕੁੜੀ ਮਨਦੀਪ ਕੌਰ ਸ਼ਾਇਦ ਉਹਦਾ ਨਾਂ ਸੀ, ਉਹਨੇ ਆਪਣੇ ਹਸਬੈਂਡ ਤੋਂ ਦੁਖੀ ਹੋ ਕੇ ਜਿਹੜਾ ਆਤਮ ਹੱਤਿਆ ਕਰ ਲਈ। ਔਰ ਹਾਂਜੀ ਇਹ ਖਬਰ ਜਿਹੜੀ ਆ ਦੁਨੀਆ ਦੇ ਕੋਨੇ-ਕੋਨੇ ਵਿੱਚ ਇੱਕ ਅੱਗ ਦੀ ਤਰ੍ਹਾਂ ਫੈਲੀ। ਆਤਮ ਹਾਂਜੀ ਹੱਤਿਆਵਾਂ ਪਹਿਲਾਂ ਵੀ ਹੁੰਦੀਆਂ ਹੋਣਗੀਆਂ ਔਰ ਕੋਈ ਨੋਟਿਸ 'ਚ ਆ ਗਈਆਂ ਮੀਡੀਆ ਦੇ, ਕੋਈ ਨਹੀਂ ਆਈਆਂ। ਲੇਕਿਨ ਇਸ ਜਿਹੜੀ ਆਤਮ ਹੱਤਿਆ ਕੁੜੀ ਨੇ ਕੀਤੀ ਔਰ ਆਤਮ ਹੱਤਿਆ ਕਰਨ ਤੋਂ ਪਹਿਲਾਂ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਆਪਣੀ ਜਿਹੜੀ ਆ ਵੀਡੀਓ ਪਾਈ, ਉਹ ਇੱਕ ਬਹੁਤ ਜ਼ਿਆਦੀ ਦਰਦਨਾਕ ਵੀਡੀਓ ਸੀ ਜਿਸ ਨੂੰ ਸੁਣਿਆ ਤੇ ਦੇਖਿਆ ਨਹੀਂ ਸੀ ਜਾ ਸਕਦਾ। ਤੁਸੀਂ ਇਸ ਕਾਂਡ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਅਗੇਨ ਇਟਸ ਮਾਈ ਪਰਸਪੈਕਟਿਵ ਮੈਂ ਸੋਚਦੀ ਹਾਂ ਕਿ ਮੈਂ ਮਤਲਬ ਮੈਂ ਕਾਫੀ ਉਹਨੂੰ ਪੜਿਆ ਉਸ ਆਰਟੀਕਲ ਨੂੰ ਤੇ ਜੋ ਮੈਂ ਗੈਦਰ ਕੀਤਾ ਉਹਦੇ ਵਿੱਚੋਂ ਰਾਈਟ ਕਿ ਉਹਦੀ ਫੈਮਿਲੀ ਜਿਹੜੀ ਆ ਲਾਅ ਐਂਡ ਆਰਡਰ ਦੀ ਹੈਲਪ ਲੈਣਾ ਚਾਹੁੰਦੀ ਸੀਗੀ ਬਟ ਹਾਂਜੀ। ਉਹਨੇ ਉਹਨੂੰ ਮਨਾ ਕਰਤਾ ਸੋ ਆਈ ਥਿੰਕ ਵੈਨ ਯੂ ਥਿੰਕ ਬੈਕ ਐਂਡ ਵੈਨ ਯੂ ਟਰਾਈ ਟੂ ਐਨਾਲਾਈਜ਼ ਮੈਨੂੰ ਹੀ ਲੱਗਦਾ ਕਿ ਕਿਤੇ ਨਾ ਕਿਤੇ ਸੋਸ਼ਲੀ ਅਸੀਂ ਵੀ ਰਿਸਪੌਂਸਿਬਲ ਹਾਂ ਕਿਤੇ ਨਾ ਕਿਤੇ ਉਹ ਮਾਈਂਡਸੈਟ ਕ੍ਰੀਏਟ ਕੀਤਾ ਗਿਆ ਉਹਦੇ ਦਿਮਾਗ ਦੇ ਵਿੱਚ ਜਿੱਥੋਂ ਵੀ ਉਹ ਆਈ ਹੈ ਜੋ ਵੀ ਉਹਦਾ ਪਿਛੋਕੜ ਹੈ ਕਿ ਜੇ ਦੋ ਕੁੜੀਆਂ ਨੇ ਤੇ ਤੁਹਾਡਾ ਡਿਵੋਰਸ ਹੋ ਜਾਂਦਾ ਹੈ ਤਾਂ ਮਤਲਬ ਤੁਹਾਡੀ ਕੋਈ ਵੈਲਿਊ ਨਹੀਂ ਹੈ ਸੋਸਾਇਟੀ ਦੇ ਵਿੱਚ ਜਾਂ ਤੁਹਾਡੇ ਲਈ ਬਹੁਤ ਔਖਾ ਹੋ ਜਾਊਗਾ ਹਾਂਜੀ। ਆਈ ਥਿੰਕ ਸਾਨੂੰ ਆਪਣੀਆਂ ਕੁੜੀਆਂ ਨੂੰ ਮਤਲਬ ਅਵੇਅਰ ਤੇ ਐਜੂਕੇਟ ਤੇ ਸਟਰੋਂਗ ਬਣਾਉਣਾ ਚਾਹੀਦਾ ਹੈ ਕਿ ਜੋ ਕਦੀ ਇਹੋ ਜਿਹੀ ਸਿਚੁਏਸ਼ਨ 'ਚ ਹੋ ਜਾਣ ਤਾਂ ਆਪਣੇ ਆਪ ਨਾਲ ਆਪਣੀ ਸਿਚੁਏਸ਼ਨ ਨਾਲ ਲੜ ਸਕਣ ਉੱਥੇ ਜੀ। ਸਹੀ ਫੈਸਲੇ ਲੈ ਸਕਣ ਜੀ। ਜਿੱਦਾਂ ਹੁਣ ਉਹਨਾਂ ਨੇ ਸੁਸਾਈਡ ਕਰ ਲਿਆ ਦੋ ਬੱਚੇ ਨੇ ਆਈ ਥਿੰਕ ਅਸੀਂ ਕਿਤੇ ਨਾ ਕਿਤੇ ਐਜ਼ ਅ ਸੁਸਾਇਟੀ ਫੇਲ ਹੋ ਗਏ ਹਾਂ ਰਾਦਰ ਦੈਨ ਅਸੀਂ ਜੇ ਉਸ ਕੁੜੀ ਨੂੰ ਸੋਸ਼ਲੀ ਅਸੀਂ ਇਦਾਂ ਗਰੂਮ ਕੀਤਾ ਹੁੰਦਾ ਵੀ ਇਟਸ ਓਕੇ ਲਾਈਫ ਡਜ਼ਨਟ ਸਟਾਪ ਤੇ ਉਹ ਮਤਲਬ ਨਵੀਂ ਸ਼ੁਰੂਆਤ ਕਰ ਸਕਦੀ ਹੈ ਕੰਮ ਕਰ ਸਕਦੀ ਹੈ ਤਾਂ ਸ਼ਾਇਦ ਅੱਜ ਸਟੋਰੀ ਜਿਹੜੀ ਉਹ ਡਿਫਰੈਂਟ ਹੋਣੀ ਸੀਗੀ ਰਜਵਿੰਦਰ, ਜਿਹੜਾ ਇਹ ਰੁਝਾਨ ਆ, ਇਹ ਇਕੱਲਾ ਕੁੜੀਆਂ ਦੀ ਤਰਾਸਦੀ ਨਹੀਂ, ਇਹ ਮੁੰਡਿਆਂ ਦੀ ਵੀ ਬਹੁਤ ਵੱਡੀ ਤਰਾਸਦੀ ਆ, ਬਹੁਤ ਹਾਂਜੀ ਵੱਡੀ ਤਰਾਸਦੀ ਆ। ਔਰ ਕਈ ਮੁੰਡੇ ਵਿਚਾਰੇ ਉਹ ਕੁੜੀਆਂ ਦੇ ਨਾਲ ਵਿਆਹ ਕਰਾ ਕੇ ਇੱਥੇ ਪਹੁੰਚੇ ਔਰ ਕੁੜੀਆਂ ਨੇ ਇੱਥੇ ਪਹੁੰਚਦਿਆਂ ਸਾਰ ਹੀ ਆਪਣੀ ਅਡਾਰੀ ਜਿਹੜੀ ਆ ਦੂਜੇ ਪਾਸੇ ਕਿਸੇ ਹੋਰ ਪਾਸੇ ਲਾ ਲਈ। ਉਹ ਕੁਝ ਹਾਂਜੀ ਦਿਨ ਪਹਿਲਾਂ ਇੱਕ ਖਬਰ ਸੀ, ਰਾਜਪੁਰੇ ਵੱਲ ਦਾ ਉਹ ਫੈਮਿਲੀ ਸੀਗੀ ਤੇ ਉਹ ਮੁੰਡਾ ਇੱਥੇ ਵਿਆਹ ਹੋ ਕੇ ਆਇਆ ਤੇ ਕੁੜੀ ਜਿਹੜੀ ਆ ਸਿਰਫ 34 ਦਿਨ ਆਪਣੇ ਹਸਬੈਂਡ ਦੇ ਕੋਲ ਰਹੀ ਔਰ 34ਵੇਂ ਦਿਨ ਤੋਂ ਬਾਅਦ ਉਹ ਜਿੱਦਾਂ ਨਿਆਣੀ, ਮੈਂ ਉਹਨੂੰ ਨਿਆਣੀ ਕਹੂੰਗਾ, ਜਿਹਨੇ ਡਿਵੋਰਸ ਦੇਣ ਤੋਂ ਬਗੈਰ ਹੀ ਆਪਣੇ ਨਵੇਂ ਬॉयਫ੍ਰੈਂਡ ਦੇ ਨਾਲ ਉਹ ਭੱਜ ਗਈ। ਹੁਣ ਹਾਂਜੀ ਹੁਣ ਉਹਨਾਂ ਦੇ ਲੀਗਲ ਇਸ਼ੂ ਵੀ ਬਹੁਤ ਪੈਦਾ ਹੋਣਗੇ। ਇਹੋ ਜਿਹਾ ਇੱਕ ਕੇਸ ਨਹੀਂ, ਕੁੜੀਆਂ ਦੇ ਵੀ ਬਹੁਤ ਸਾਰੇ ਅਜਿਹੇ ਕੇਸ ਹੋਏ ਆ ਜਿਨ੍ਹਾਂ ਨੇ ਏਅਰਪੋਰਟ ਤੇ ਪਹੁੰਚਦਿਆਂ ਸਾਰ ਹੀ ਆਪਣੀ ਅਡਾਰੀ ਜਿਹੜੀ ਆ ਦੂਜੇ ਪਾਸੇ ਲਾ ਲਈ। ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਦੱਸਾਂ ਕਿ ਕੁਝ ਸਮਾਂ ਪਹਿਲਾਂ ਮੇਰੇ ਨੋਟਿਸ 'ਚ ਆ, ਮੈਨੂੰ ਚੰਗੀ ਤਰ੍ਹਾਂ ਪਤਾ ਵੀ ਇੱਕ ਕੁੜੀ ਤੇ ਮੁੰਡੇ ਦਾ ਵਿਆਹ ਹੋ ਕੇ, ਮੁੰਡਾ ਇੱਥੋਂ ਗਿਆ, ਕੁੜੀ ਉੱਥੇ ਦੀ ਸੀਗੀ। ਉਹ ਵਿਆਹ ਕਰਵਾ ਕੇ ਜਦੋਂ ਇੱਥੇ ਆਏ ਤੇ
ਉਹਦਾ ਜਿਹੜਾ ਕੁੜੀ ਦਾ ਬॉयਫ੍ਰੈਂਡ ਸੀਗਾ ਪਿੱਛੇ, ਉਹਦੇ ਨਾਲ ਉਹਦੀ ਗੱਟੀ ਸੱਟੀ ਸੀਗੀ। ਉਹ ਇੱਥੇ ਆਣ ਕੇ ਆਪਣੇ ਹਸਬੈਂਡ ਨੂੰ ਕਹਿੰਦੀ ਆ ਵੀ ਜਿਹੜੀ ਉਹਦੀ ਕੁੜੀ ਦੀ ਨਨਾਣ ਆ ਨਾ, ਵੀ ਆਪਾਂ ਕਿਉਂ ਨਾ ਉਹਦਾ ਰਿਸ਼ਤਾ ਵਧੀਆ ਮੁੰਡੇ ਨਾਲ ਕਰ ਲਈਏ, ਤੇ ਮੇਰੀ ਨਿਗਾਹ ਹੈਗੀ ਹੈ ਮੇਰੀ ਨਿਗਾਹ 'ਚ ਇੱਕ ਮੁੰਡਾ ਹੈਗਾ। ਹੁਣ ਹਸਬੈਂਡ ਆ ਵਾਈਫ ਹੈ, ਇਦੋਂ ਵੱਡਾ ਵੱਡਾ ਜਿਹੜਾ ਟਰਸਟ ਹੋਰ ਕੋਈ ਹੋ ਨਹੀਂ ਸਕਦਾ। ਦੋਵਾਂ ਨੇ ਇੱਕ ਦੂਜੇ ਤੇ ਕਰਨਾ ਹੁੰਦਾ। ਉਹ ਕਹਿੰਦਾ ਠੀਕ ਹੈ, ਜੇ ਤੇਰੀ ਨਿਗਾਹ 'ਚ ਕੋਈ ਮੁੰਡਾ ਹੈਗਾ ਤਾਂ ਦੱਸ ਦੇ, ਆਪਾਂ ਗੱਲ ਕਰ ਲੈਂਦੇ ਹਾਂ। ਉਹਨੇ ਉਹ ਮੁੰਡਾ ਉਹ ਦੱਸਿਆ ਜਿਹੜਾ ਉਹਦਾ ਬॉयਫ੍ਰੈਂਡ। ਮੁੱਕਦੀ ਗੱਲ ਜੀ, ਮੈਂ ਸ਼ਾਰਟ ਕਰਾਂ ਆਪਣੀ ਗੱਲ ਨੂੰ, ਉਹ ਉਹਦੇ ਨਾਲ ਆਪਣੀ ਨਨਾਣ ਨੂੰ ਵਿਆਹ ਕੇ ਇੱਥੇ ਲੈ ਆਈ। ਇੱਥੇ ਆਣ ਕੇ ਕੁਝ ਦਿਨਾਂ ਬਾਅਦ ਸਮਾਂ ਪੈਣ ਤੇ ਉਹ ਆਪ ਆਪਣੇ ਬॉयਫ੍ਰੈਂਡ ਨਾਲ ਨੱਠ ਗਈ, ਤੇ ਉਹ ਜਿਹੜੀ ਕੁੜੀ ਆ ਉਹ ਆਪਣੇ ਭਰਾ ਦੇ ਕੋਲ ਰਹਿਣ ਲੱਗ ਪਈ। ਮੇਰੇ ਕਹਿਣ ਦਾ ਮਤਲਬ ਇਹੋ ਜਿਹੇ ਜਿਹੜੇ ਹਰਕਤ ਆ, ਉਹ ਜਿੱਥੇ ਸਾਡੇ ਸਮਾਜ ਨੂੰ ਬਰਬਾਦ ਕਰ ਰਿਹਾ ਆ, ਇਹੋ ਜਿਹੀਆਂ ਹਰਕਤਾਂ ਜਿਹੜੀਆਂ, ਉੱਥੇ ਆਉਣ ਵਾਲੀ ਜਿਹੜੀ ਪੀੜ੍ਹੀ ਆ, ਇਹੋ ਜਿਹੇ ਜਿਹੜੇ ਗੱਲਾਂ ਹੈਗੀਆਂ, ਉਹਨਾਂ ਤੋਂ ਬਹੁਤ ਵਧੀਆ ਜਿਹੜਾ ਉਹ ਲੈਸਨ ਨਹੀਂ ਲੈ ਰਹੀ। ਇਹਦੇ ਬਾਰੇ ਕੁਛ ਤੁਸੀਂ 2 ਸ਼ਬਦ ਕਹਿਣਾ ਚਾਹੁੰਦੇ ਹੋ? ਹਾਂਜੀ, ਆਈ ਥਿੰਕ ਮੇਰਾ ਪੁਆਇੰਟ ਆਫ ਵਿਊ ਇਹਦੇ ਤੇ ਹੈਗਾ ਕਿ ਪੇਰੈਂਟਸ ਜੇ ਆਪਣੇ ਬੱਚਿਆਂ ਨੂੰ ਸਹੀ ਤਰ੍ਹਾਂ ਨਾਲ ਰੇਜ਼ ਕਰਨ ਤੇ ਐਜੂਕੇਟ ਕਰਨ ਤੇ ਕੈਪੇਬਲ ਕਰਨ ਕਿ ਉਹ ਹਾਂਜੀ, ਜ਼ਿੰਦਗੀ 'ਚ ਪੜ੍ਹਾਉਣ ਲਿਖਾਉਣ, ਉਹਨਾਂ ਨੂੰ ਹੈਲਪ ਕਰਨ, ਉਹਨਾਂ ਦੇ ਦੁਨੀਆ ਦੇ ਵਿੱਚ ਐਂਟਰ ਕਰਕੇ ਉਹਨਾਂ ਦੇ ਨਾਲ ਆਪਣਾ ਰਿਲੇਸ਼ਨਸ਼ਿਪ ਬਣਾਉਣ, ਤਾਂ ਆਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਸੋਲਵ ਕਦੀ ਹੋਣਗੀਆਂ ਹੀ ਨਹੀਂ। ਹਾਂਜੀ, ਕਿਉਂਕਿ ਕੋਈ ਵੀ ਬੰਦਾ ਉਦੋਂ ਹੀ ਕੋਈ ਐਕਸਟੈਂਟ ਤੱਕ ਜਾਂਦਾ ਜਦੋਂ ਉਹਨੂੰ ਉਹ ਚੀਜ਼ ਅਨਅਚੀਵੇਬਲ ਲੱਗਦੀ ਹੈ, ਜਾਂ ਲੱਗਦਾ ਕਿ ਮੈਂ ਬਸ ਮਤਲਬ ਸਾਰੇ ਹੱਥ ਕੰਡੇ ਮੇਰੇ ਲੱਗ ਗਏ ਤੇ ਮੈਂ ਹੁਣ ਚੁਸਤੀ ਚਲਾਕੀ ਨਾਲ ਹੀ ਮਤਲਬ ਜਾਂ ਕਿਸੇ ਰੋਂਗ ਤਰੀਕੇ ਨਾਲ ਹੀ ਇਹਨੂੰ ਅਚੀਵ ਕਰ ਸਕਦਾ ਹੈ। ਠੀਕ ਹੈ ਜੀ। ਰਾਦਰ ਦੈਨ ਜੇ ਆਪਾਂ ਬੱਚਿਆਂ ਨੂੰ ਅਸੀਂ ਉਹਨਾਂ ਦੀ ਦੁਨੀਆ ਵਿੱਚ ਵੜੀਏ, ਉਹਨਾਂ ਨਾਲ ਆਪਣੇ ਨਾਲ ਐਸੋਸੀਏਟ ਕਰੀਏ, ਉਹਨਾਂ ਨੂੰ ਅਸੀਂ ਪੜ੍ਹਾਈਏ ਲਿਖਾਈਏ, ਕੈਪੇਬਲ ਬਣਾਈਏ। ਹੁਣ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਨੀ ਹਾਂ। ਹਾਂਜੀ, ਕਿਉਂਕਿ ਮੇਰੇ ਪੇਰੈਂਟਸ ਨੇ ਮਤਲਬ ਇੱਕ ਤਾਂ ਐਥਿਕਸ ਜਿਹੜੇ ਆ ਬਹੁਤ ਵਧੀਆ ਦਿੱਤੇ ਸੀਗੇ, ਤੇ ਦੂਸਰੀ ਗੱਲ ਹੈ ਕਿ ਕੈਪੇਬਲ ਬਣਾਇਆ ਸੀ, ਤੇ ਮੇਰੇ ਮਨ 'ਚ ਕਦੀ ਇਦਾਂ ਦਾ ਖਿਆਲ ਵੀ ਨਹੀਂ ਆਇਆ, ਹਾਂਜੀ, ਕਿਉਂਕਿ ਤੁਹਾਨੂੰ ਆਪਣੀ ਕਾਬਲੀਅਤ ਤੇ ਭਰੋਸਾ ਹੁੰਦਾ ਹੈ। ਤੁਸੀਂ ਮਤਲਬ ਪੜ੍ਹੇ ਲਿਖੇ ਜਦੋਂ ਹੁੰਦੇ ਹੋ ਤਾਂ ਤੁਹਾਡੀ ਪਰਸਨੈਲਿਟੀ ਜਿਹੜੀ ਹੈ ਤੁਸੀਂ ਉਹ ਡਿਫਰੈਂਟ ਹੁੰਦੀ ਹੈ, ਤੁਸੀਂ ਕਾਬਿਲ ਹੁੰਦੇ ਹੋ, ਤਾਂ ਆਹ ਚੀਜ਼ਾਂ ਜਿਹੜੀਆਂ ਉਹਨਾਂ 'ਚ ਤੁਹਾਡਾ ਧਿਆਨ ਨਹੀਂ ਜਾਂਦਾਗਾ। ਸੋ ਆਈ ਥਿੰਕ ਅਗੇਨ ਇਟਸ ਵੈਰੀ ਇੰਪੋਰਟੈਂਟ ਦੈਟ ਪੇਰੈਂਟਸ ਜਿਹੜੇ ਆ ਆਪਣੇ ਬੱਚਿਆਂ ਨੂੰ ਮਤਲਬ ਜਿਹੜਾ ਹੈ ਸਹੀ ਸੰਸਕਾਰਾਂ ਨਾਲ ਰੇਜ਼ ਕਰਨ, ਤੇ ਪਲੱਸ ਉਹਨਾਂ ਨੂੰ ਕੈਪੇਬਲ ਬਣਾਉਣ, ਵੀ ਉਹਨਾਂ ਨੂੰ ਆਹ ਸ਼ਾਰਟਕਟਸ ਨਾ ਲੈਣੇ ਪੈਣ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਹਾਡੀਆਂ 2 ਬੇਟੀਆਂ ਹੀ ਆ, ਜੀ। ਔਰ ਜਦੋਂ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਆ, ਤੇ ਤੁਹਾਨੂੰ ਜਦੋਂ ਕੁਝ ਔਰਤਾਂ ਮਿਲਦੀਆਂ ਆ, ਚਾਹੇ ਉਹ ਨਜ਼ਦੀਕ ਦੀਆਂ, ਚਾਹੇ ਉਹ ਦੂਰ ਦੀਆਂ, ਚਾਹੇ ਉਹ ਰਿਸ਼ਤੇਦਾਰ ਆ, ਚਾਹੇ ਉਹ ਵਾਕਫਕਾਰ ਹੈ, ਉਹ ਕੁਝ ਟਿੱਪਣੀਆਂ ਇਹੋ ਜਿਹੀਆਂ ਕਰਦੇ ਆ ਵੀ ਤੁਹਾਡੇ ਬੱਚਾ ਮੁੰਡਾ ਨਹੀਂ ਹੋਇਆ, ਤੁਹਾਡਾ ਵਿਚਾਰੀ ਦਾ ਤਾਂ ਬਹੁਤ ਬੁਰਾ ਹਾਲ ਹੈ, ਇੱਦਾਂ ਜ਼ਿੰਦਗੀ ਨਿਕਲਣੀ ਬੜੀ ਮੁਸ਼ਕਿਲ ਹੈ, ਗਾਂਹ ਅੱਗੇ ਪਰਿਵਾਰ ਕਿਸ ਤਰ੍ਹਾਂ ਚੱਲੂਗਾ। ਜਦੋਂ ਇਹੋ ਜਿਹੀਆਂ ਗੱਲਾਂ ਤੁਸੀਂ ਸੁਣਦੇ ਆ, ਕਿ ਤੁਹਾਡੇ ਮਨ 'ਚ ਕੋਈ ਇਨਫੀਰੀਟੀ ਕੰਪਲੈਕਸ ਨਹੀਂ ਆਉਂਦਾ, ਜਾਂ ਕੋਈ ਕੀ ਤੁਸੀਂ ਸੋਚਦੇ ਫਿਰ ਉਦੋਂ? ਨਹੀਂ ਜੀ, ਮੇਰੇ ਮਨ 'ਚ ਕੋਈ ਇਨਫੀਰੀਟੀ ਕੰਪਲੈਕਸ ਨਹੀਂ ਆਉਂਦਾਗਾ। ਹਾਂ, ਉਹ ਉਹਨਾਂ ਦੀ ਸੋਚ ਹੈ। ਮਤਲਬ ਮੇਰੀ ਜਿਹੜੀ ਸੋਚ ਹੈ ਉਹ ਡਿਫਰੈਂਟ ਹੈ ਥੋੜ੍ਹੀ ਜਿਹੀ। ਬਟ ਹਾਂਜੀ, ਮੈਨੂੰ ਜ਼ਰੂਰ ਲੱਗਦਾ ਹੁੰਦਾ ਕਿ ਕੰਮ ਕਰਨ ਦੀ ਕਾਫੀ ਲੋੜ ਹੈ, ਸੋਸ਼ਲੀ ਅਵੇਅਰਨੈਸ ਕ੍ਰੀਏਟ ਕਰਨ ਦੀ ਲੋੜ ਹੈ। ਮੁੰਡੇ ਕੁੜੀਆਂ 'ਚ ਕੋਈ ਫਰਕ ਨਹੀਂ ਹੁੰਦਾਗਾ। ਹਾਂਜੀ, ਤੁਸੀਂ ਬਟ ਇਹੋ ਜਿਹੇ ਸਵਾਲਾਂ ਨੂੰ ਕਿਸ ਤਰ੍ਹਾਂ ਕਾਊਂਟਰ ਕਰਦੇ ਆ? ਮੈਂ ਤਾਂ ਹੱਸ ਕੇ ਬਸ ਟਾਲ ਟਾਲ ਦਿੱਤੀ ਗੱਲ। ਹਾਂਜੀ, ਦਿੰਦੀ ਹਾਂਜੀ, ਬੈਸਟ ਵੇ ਇਹੀ ਆ ਕਿ ਤੁਸੀਂ ਆਪਣੀ ਗੱਲ ਜਿਹੜੀ ਆ ਉਹ ਹੱਸ ਕੇ ਟਾਲ ਦਿਓ। ਹਾਂ। ਅੱਛਾ, ਜਿਹੜਾ ਹੁਣ ਪੰਜਾਬ ਦੇ ਵਿੱਚੋਂ ਰੀਸੈਂਟਲੀ ਇੱਕ ਖਬਰ ਹੈ, ਜਿਹੜੇ ਆਈਲੈਟਸ ਕਰਕੇ ਮੁੰਡੇ ਕੁੜੀਆਂ ਆਏ ਆ, ਹਾਂਜੀ। ਉੱਥੇ ਮੇਰੇ ਖਿਆਲ 7-7 ਬੈਂਡ ਲੈ ਆ, ਮੈਨੂੰ ਜ਼ਿਆਦਾ ਵਾਕਫੀ ਨਹੀਂ ਇਸ ਫੀਲਡ ਦੀ। ਤੇ ਹੂੰ। ਇੱਥੇ ਆਣ ਕੇ ਉਹ 2 ਅੱਖਰ ਅੰਗਰੇਜ਼ੀ ਦੇ ਵੀ ਪੜ੍ਹ ਨਹੀਂ ਸਕੇ ਜਾਂ ਬੋਲ ਨਹੀਂ ਸਕੇ, ਉਹਨਾਂ ਨੂੰ ਹੁਣ ਕੈਨੇਡਾ ਗਵਰਨਮੈਂਟ ਨੇ ਵਾਪਸ ਜਿਹੜਾ ਉਹ ਭੇਜ ਦਿੱਤਾ। ਤੁਸੀਂ ਹੂੰ। ਜਿਹੜੇ ਆਉਣ ਵਾਲੇ ਮੁੰਡੇ ਕੁੜੀਆਂ ਜਿਹੜੇ ਅਜੇ ਇਸ ਲਾਈਨ ਦੇ ਵਿੱਚ ਲੱਗੇ ਹੋਏ ਆ, ਅਜਿਹੇ ਮੁੰਡੇ ਕੁੜੀਆਂ ਨੂੰ ਤੁਸੀਂ ਕੀ ਇੱਕ ਆਪਣਾ ਪੈਗਾਮ ਜਾਂ ਸੰਦੇਸ਼ ਦੇਣਾ ਚਾਹੁੰਦੇ ਹੋ? ਹਾਂਜੀ, ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਮੈਨੂੰ। ਆਈ ਥਿੰਕ
ਆਪਾਂ ਹਮੇਸ਼ਾ ਹੀ ਮਤਲਬ ਇੱਕ ਆਪਣੀ ਭੇਡ ਚਾਲ ਹੁੰਦੀ ਹੈ, ਜਿੱਦਾਂ ਕਹਿ ਲਓ ਵੀ ਜਿੱਧਰ ਨੂੰ 100 ਲੋਕੀ ਤੁਰ ਪਏ ਤੇ ਆਪਾਂ ਮੋਸਟਲੀ ਜਿੱਦਾਂ ਆਪਾਂ ਉਧਰ ਤੁਰਨ ਲੱਗ ਜਾਂਦੇ ਆ, ਰਾਈਟ। ਹਾਂਜੀ ਆਈ ਥਿੰਕ ਮੇਰੀ ਗੁਜ਼ਾਰਿਸ਼ ਅੱਜ ਕੱਲ ਦੇ ਮੁੰਡੇ ਤੇ ਕੁੜੀਆਂ ਨੂੰ ਇਹੀ ਆ ਕਿ ਆਪਣੇ ਆਪ ਬਾਰੇ ਜਾਣੋ ਤੇ ਆਪਣੇ ਆਪ ਬਾਰੇ ਜਾਣ ਕੇ ਇਹ ਲਿਸਟ ਬਣਾਓ ਵੀ ਲਾਈਫ 'ਚ ਤੁਹਾਨੂੰ ਕੀ ਮੈਟਰ ਕਰਦਾ ਹੈ। ਹਾਂਜੀ ਜ਼ਰੂਰੀ ਨਹੀਂ ਕਿ ਕਿਸੇ ਲਈ ਇੱਥੇ ਆਉਣਾ ਉਹਨਾਂ ਦੀ ਜ਼ਿੰਦਗੀ ਨੂੰ ਬਹੁਤ ਵਧੀਆ ਬਣਾਊਗਾ। ਜੇ ਕਿਸੇ ਲਈ ਕਮਿਊਨਿਟੀ ਲਿਵਿੰਗ ਜਿਹੜੀ ਇੰਡੀਆ ਦੇ ਵਿੱਚ ਹੈ, ਪਿੰਡਾਂ ਵਿੱਚ ਰਹਿੰਦੇ ਆ ਜਿਵੇਂ ਆਪਾਂ, ਚਾਚੇ ਤਾਏ, ਇੱਕ ਕਲੋਜ਼ ਨਿਟ ਜਿਹੜੀ ਕਿ ਬਹੁਤ ਬਿਊਟੀਫੁਲ ਚੀਜ਼ ਹੈ, ਜਿਹੜੀ ਕਿ ਅਮਰੀਕਨ ਸੋਸਾਇਟੀ ਚੋਂ ਮਿਸਿੰਗ ਆਪਣੀ ਚੋਂ, ਹਾਂਜੀ ਜੇ ਤੁਸੀਂ ਉਸ ਚੀਜ਼ ਨੂੰ ਬਹੁਤ ਵੈਲਿਊ ਕਰਦੇ ਹੋ ਤਾਂ ਤੁਸੀਂ ਇੱਥੇ ਆ ਕੇ ਕਦੀ ਖੁਸ਼ ਨਹੀਂ ਹੋ ਸਕਦੇਗੇ, ਠੀਕ ਹੈ ਰਾਈਟ। ਜੀ। ਸੋ ਆਈ ਥਿੰਕ ਆਪਣੇ ਆਪ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਇਹ ਆ ਕਿ ਅੱਜ ਤੁਸੀਂ ਕੁਛ ਵੀ ਕਰਕੇ ਪੈਸੇ ਦੇ ਕੇ ਜਾਂ ਬੈਂਡ ਲੈ ਕੇ ਇੱਥੇ ਪਹੁੰਚ ਤਾਂ ਜਾਓਗੇ, ਬਟ ਤੁਸੀਂ ਆਪਣਾ ਲੌਂਗ ਟਰਮ ਪਲਾਨ ਜਿਹੜਾ ਹੈ ਉਹ ਉੱਥੇ ਪ੍ਰਿਪੇਅਰ ਕਰੋ, ਕਿਉਂਕਿ ਆ ਤਾਂ ਜਾਓਗੇ ਤੁਸੀਂ, ਪਰ ਉੱਥੇ ਉਦੋਂ ਬਾਅਦ ਜੇ ਤੁਸੀਂ ਕੈਪੇਬਲ ਨਹੀਂ ਹੈਗੇ ਤਾਂ ਫਿਰ ਬਹੁਤ ਸਾਰੀਆਂ ਪ੍ਰੋਬਲਮਾਂ ਆਉਣਗੀਆਂ ਤੁਹਾਨੂੰ, ਰਾਈਟ। ਜੇ ਤੁਸੀਂ ਮਤਲਬ ਪੜ੍ਹ ਲਿਖ ਨਹੀਂ ਸਕਦੇ ਇੰਗਲਿਸ਼ 'ਚ, ਜਾਂ ਤੁਸੀਂ ਫਿਰ ਤੁਹਾਨੂੰ ਜੇ ਮਿਨੀਮਲ ਜੌਬਸ ਜਿਹੜੀਆਂ ਹੁੰਦੀਆਂ ਫਿਰ ਤੁਸੀਂ ਐਕਸਪਲੋਇਟ ਹੋਵੋਗੇ, ਤੁਹਾਨੂੰ ਹਰ ਤਰ੍ਹਾਂ ਦੀ ਐਕਸਪਲੋਇਟੇਸ਼ਨ ਦਾ ਸਾਹਮਣਾ, ਕਿਉਂਕਿ ਤੁਸੀਂ ਮਜਬੂਰ ਹੋ ਜਾਂਦੇ ਹੋ, ਰਾਈਟ। ਵਾਪਸ ਜਾ ਨਹੀਂ ਸਕਦੇ, ਇੱਥੇ ਤੁਹਾਡੇ ਕੋਲ ਕੈਪੇਬਿਲਿਟੀ ਨਹੀਂ ਹੈਗੀ ਅੱਗੇ ਕੋਈ ਵਧੀਆ ਵਾਈਟ ਕਾਲਰ ਜੌਬ ਕਰਨ ਦੀ, ਫਿਰ ਤੁਸੀਂ ਉਹ ਆਪਣਾ ਜਿਹੜਾ ਹੈਗਾ ਮਤਲਬ ਜੋ ਵੀ ਆਉਂਦਾ ਤੁਹਾਡੀ ਪਲੇਟ 'ਚ ਜਾਂ ਜਿੱਦਾਂ ਵੀ ਹੈਗਾ, ਸਮ ਐਕਸਟੈਂਟ ਆਲ ਇਮੀਗ੍ਰੈਂਟਸ ਗੋ ਥਰੂ ਦਿਸ, ਬਟ ਜੇ ਤੁਸੀਂ ਕੈਪੇਬਲ ਨਹੀਂ ਹੈਗੇ ਜਾਂ ਐਜੂਕੇਟਿਡ ਨਹੀਂ ਹੈਗੇ ਜਾਂ ਤੁਸੀਂ ਪੁਲ ਔਨ ਨਹੀਂ ਕਰ ਸਕਦੇ ਇੱਥੇ ਆ ਕੇ, ਫਿਰ ਉਹ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਹੈ। ਤੇ ਆਈ ਥਿੰਕ ਮਾਈ ਐਡਵਾਈਸ ਇਜ਼ ਕਿ ਆਪਣੇ ਆਪ ਨੂੰ ਜਾਣੋ, ਤੁਹਾਨੂੰ ਜ਼ਿੰਦਗੀ 'ਚ ਕੀ ਚਾਹੀਦਾ ਹੈ, ਤੇ ਪਲੱਸ ਮਤਲਬ ਆਪਣੇ ਆਪ ਨੂੰ ਥੋੜਾ ਗਰੂਮ ਕਰਕੇ, ਐਜੂਕੇਟ ਕਰਕੇ ਇੱਥੇ ਆਓ, ਇਫ ਯੂ ਵਾਂਟ ਟੂ ਗੋ ਦੈਟ ਰਾਊਟ, ਰਾਈਟ। ਹਾਂਜੀ। ਅੱਛਾ, ਜਿਸ ਤਰ੍ਹਾਂ ਆਪਣੇ ਪਰਿਵਾਰ ਆ ਉਹਨਾਂ ਦੀ ਇਹ ਮਨਸ਼ਾ ਹੁੰਦੀ ਆ ਅਮੂਮਨ ਮੈਜੋਰਿਟੀ ਦੀ, ਹਮ, ਕਿ ਸਾਡੀ ਕੁੜੀ ਜਿਹੜੀ ਆ ਉਹਦੀ ਸ਼ਾਦੀ ਜਿਹੜੀ ਆ ਕਿਸੇ ਪ੍ਰਵਾਸੀ ਮੁੰਡੇ ਦੇ ਨਾਲ ਹੋਵੇ, ਹਮ, ਤਾਂ ਜਾ ਕੇ ਉਸ ਕੁੜੀ ਵੀ ਸਾਡੀ ਸੁਖੀ ਰਹੂਗੀ। ਕੋਈ ਟਾਈਮ ਆਏਗਾ ਅਸੀਂ ਵੀ ਸਾਰਾ ਪਰਿਵਾਰ ਉੱਥੇ ਪਹੁੰਚ ਜਾਵਾਂਗੇ। ਹਮ, ਇਹ ਜਿਹੜੀ ਸਾਡੇ ਪਰਿਵਾਰਾਂ ਦੀ ਸੋਚ ਹੈ, ਇਹ ਸੋਚ ਸਾਡੀ ਇੱਕ ਕੁੜੀ ਨੂੰ ਇੱਕ ਮੌਤ ਦੇ ਮੂੰਹ 'ਚ ਧੱਕਣ ਵਾਲੀ ਗੱਲ ਹੈ। ਬਹੁਤ ਸਾਰੇ ਮੁੰਡੇ ਬਾਹਰੋਂ ਆਪਾਂ ਪੜ੍ਹਦੇ ਹਾਂ ਰੋਜ਼ ਅਖਬਾਰਾਂ ਦੇ ਵਿੱਚ, ਬਾਹਰੋਂ ਚੱਲ ਜਾਂਦੇ ਆ, ਕਿਸੇ ਦੇ 2 ਵਿਆਹ ਹੋਏ ਆ, ਕਿਸੇ ਦੇ 3 ਹੋਏ ਆ, ਕੋਈ ਚੌਥੇ ਬਾਰੇ ਸੋਚ ਰਿਹਾ, ਔਰ ਉੱਥੇ ਜਾ ਕੇ ਫਿਰ ਉਹਨਾਂ ਨੂੰ ਪੰਗਾ ਪੈਂਦਾ। ਕਈ ਉੱਥੋਂ ਵਿਆਹ ਕੇ ਕੁੜੀ ਨੂੰ ਉੱਥੇ ਛੱਡ ਆਉਂਦੇ ਆ, ਬਾਅਦ 'ਚ ਕਹਿੰਦੇ ਜੀ ਮੈਂ ਤੁਹਾਨੂੰ ਬਾਅਦ 'ਚ ਉੱਥੇ ਬੁਲਾਊਂਗਾ। ਮੇਰੇ ਨੋਟਿਸ 'ਚ ਆ ਕੇ ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਰੁਲਦੀਆਂ ਫਿਰਦੀਆਂ ਉੱਥੇ, ਜਿਨ੍ਹਾਂ ਨੇ ਪ੍ਰਵਾਸੀ ਲਾੜਿਆਂ ਨਾਲ ਵਿਆਹ ਕਰਾ ਕੇ ਆਪਣੀ ਜ਼ਿੰਦਗੀ ਜਿਹੜੀ ਆ ਤਬਾਹ ਕਰ ਲਈ, ਔਰ ਅਜੇ ਤੱਕ ਉਹ ਉੱਥੇ ਦੀਆਂ ਉੱਥੇ ਖੜੀਆਂ। ਉਹਨਾਂ ਦੇ ਜਿਹੜੇ ਆਦਮੀ ਆ ਜਾਂ ਹਸਬੈਂਡਸ ਹੈਗੇ ਆ, ਉਹ ਉਹਨਾਂ ਦੇ ਨਾਲ ਕੋਈ ਉਹਨਾਂ ਨੂੰ ਹੱਥ ਪੱਲਾ ਨਹੀਂ ਫੜਾ ਰਿਹਾ ਵੀ ਕਦੋਂ ਉਹਨਾਂ ਨੇ ਆਪਣੇ ਹਸਬੈਂਡ ਦੇ ਕੋਲ ਪਹੁੰਚਣਾ, ਕਦੋਂ ਨਹੀਂ ਪਹੁੰਚਣਾ, ਜਾਂ ਕੀ ਉਹਦਾ ਸਟੇਟਸ ਹੈ ਜਾਂ ਕੀ ਨਹੀਂ ਸਟੇਟਸ ਹੈਗਾ। ਇਹ ਜਿਹੜੇ ਸਾਡੀਆਂ ਕੁੜੀਆਂ ਆ ਪਿੱਛੇ ਉਹਨਾਂ ਨੂੰ ਗੁੰਮਰਾਹ ਕਰਦੇ ਆ, ਜਾਂ ਉਹਨਾਂ ਨੂੰ ਆਪਣੇ ਇੱਕ ਸ਼ਬਦ ਬੜਾ ਪੰਜਾਬ 'ਚ ਮਸ਼ਹੂਰ ਹੋਇਆ ਸੀਗਾ, ਹੌਲੀਡੇ ਵਾਈਫ। ਵੀ ਇੱਥੋਂ ਬੰਦੇ ਜਾਂਦੇ ਆ, ਉਹ ਕੁਛ ਸਮੇਂ ਲਈ ਪਾਰਟ ਟਾਈਮ ਇੱਕ ਕੁੜੀ ਨਾਲ ਵਿਆਹ ਕਰ ਲੈਂਦੇ ਆ, ਉਹਨੂੰ ਮਹੀਨਾ 2 ਮਹੀਨਾ ਕੋਲ ਰੱਖਦੇ ਆ, ਫਿਰ ਉਹਨੂੰ ਛੱਡ ਕੇ ਬਾਹਰ ਵਾਪਸ ਚਲੇ ਆਉਂਦੇ ਆ, ਤੇ ਉਹ ਕੁੜੀ ਦਾ ਜਿਹੜੀ ਜ਼ਿੰਦਗੀ ਆ ਵਿਚਾਰੀ ਉੱਥੇ ਨਰਕ ਬਣ ਕੇ ਜਿਹੜੀ ਉਹ ਰਹਿ ਜਾਂਦੀ ਹੈ। ਤੁਸੀਂ ਅਜਿਹੀਆਂ ਕੁੜੀਆਂ ਜਿਹੜੀਆਂ ਸਿਰਫ ਬਾਹਰ ਹੀ ਆਉਣ ਦਾ ਸੋਚਦੀਆਂ, ਔਰ ਉਹਨਾਂ ਨੂੰ ਹੋਰ ਕੁਝ ਦਿਖਾਈ ਵੀ ਨਹੀਂ ਦਿੰਦਾ, ਉਹਨਾਂ ਨੂੰ ਕੀ ਆਪਣੇ ਸੁਝਾਅ ਜਾਂ ਆਪਣੀ ਕੋਈ ਰਾਏ ਦੇਣਾ ਚਾਹੁੰਦੇ ਆ, ਜਿਹੜੇ ਪੰਜਾਬ 'ਚ ਕੁੜੀਆਂ ਬੈਠੀਆਂ ਔਰ ਬਾਹਰ ਆਉਣ ਲਈ ਸੋਚਦੇ ਨੇ? ਹਾਂਜੀ, ਅਗੇਨ ਮੈਂ ਉਸੇ ਪੁਆਇੰਟ ਤੇ ਜਾਊਂਗੀ ਆਪਣੇ ਤੇ, ਕਿ ਜੇ ਤੁਸੀਂ ਆਪਣੇ ਬੱਚੇ 'ਚ ਟਾਈਮ ਇਨਵੈਸਟ ਕਰ ਰਹੇ ਹੋ, ਉਹਨੂੰ ਐਜੂਕੇਟ ਕਰ ਰਹੇ ਹੋ, ਉਹਦੀ ਪਰਸਨੈਲਿਟੀ ਡਿਵੈਲਪ ਕਰ ਰਹੇ ਹੋ, ਤਾਂ ਆਹ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਨਹੀਂ ਹੈਗੀ। ਹਾਂਜੀ ਹਾਂਜੀ। ਸੋ ਆਪਣੀਆਂ ਬੇਟੀਆਂ ਨੂੰ ਪੜ੍ਹਾਓ ਲਿਖਾਓ, ਕੈਪੇਬਲ ਬਣਾਓ, ਸਟਰੋਂਗ ਬਣਾਓ। ਵਿਆਹ ਕਰਕੇ ਬਾਹਰ ਆਉਣ 'ਚ ਵੀ ਕੋਈ ਪ੍ਰੋਬਲਮ ਨਹੀਂ ਹੈ, ਮਤਲਬ ਮੈਨੂੰ ਕੋਈ ਮਾੜੀ ਗੱਲ ਨਹੀਂ ਲੱਗਦੀ, ਅਨਟਿਲ ਐਂਡ ਅਨਲੈਸ ਤੁਸੀਂ ਉਸ ਬੰਦੇ ਦੇ ਨਾਲ ਕੰਪੈਟੀਬਲ, ਉਹਦੇ ਨਾਲ ਗੱਲਬਾਤ ਕਰੋ, ਇਨਸਿਕਿਉਰਿਟੀ ਨਾਲ ਕੋਈ ਵੀ ਚੀਜ਼ ਐਸਟੈਬਲਿਸ਼ ਕੀਤੀ ਹੁੰਦੀ ਹੈ ਜਿਹੜੀ, ਉਹਦਾ ਅੰਤ ਲੱਕੀਲੀ ਤਾਂ ਚੰਗਾ ਹੋ ਸਕਦਾ, ਬਟ ਮੋਸਟਲੀ ਮਾੜਾ ਹੀ ਹੁੰਦਾ ਹੈ। ਸੋ ਆਈ ਆਮ ਥਿੰਕ ਤੌਰ ਇੱਕ ਕੁੜੀਆਂ ਦੇ ਪੱਖ ਤੋਂ ਵੀ ਉਹਨਾਂ ਨੂੰ, ਜਾਂ ਕੁੜੀਆਂ ਦੇ ਪੇਰੈਂਟਸ ਹੈ ਉਹਨਾਂ ਨੂੰ ਆਪਣੀ ਡਿਊ ਡਿਲੀਜੈਂਸ ਕਰਨੀ ਚਾਹੀਦੀ ਹੈ, ਤੇ ਜਿਹੜੇ
ਮੁੰਡਿਆਂ ਬਾਰੇ ਤਾਂ ਚਲੋ ਮਤਲਬ ਇੱਥੇ ਨੇ, ਮੈਂ ਤਾਂ ਇਹੀ ਕਹਾਂਗੀ ਕਿ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਇਦਾਂ। I don't understand the psychology, why would somebody do that, but if it's happening then I think I would say ਕਿ ਕੁੜੀਆਂ ਨੂੰ ਵੀ ਆਪਣੀ ਰਿਸਰਚ ਕਰਨੀ ਚਾਹੀਦੀ ਹੈ ਇਨਸਿਕਿਉਰਿਟੀਜ਼ ਦੇ ਪਿੱਛੇ, ਇਨਸਿਕਿਉਰਿਟੀਜ਼ ਦੇ ਅੱਗੇ ਮਤਲਬ ਗੋਡੇ ਨਹੀਂ ਟੇਕਣੇ ਚਾਹੀਦੇ ਗੇ ਆਪਣੀ। ਦੇਖੋ ਤੁਹਾਡੀ ਕੰਪੈਟੀਬਿਲਿਟੀ ਹੈ, ਤੁਹਾਨੂੰ ਪਤਾ ਲੱਗ ਜਾਂਦਾ ਜੇ ਹਾਂਜੀ ਤੁਸੀਂ ਕਿਸੇ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੋ, ਤੁਹਾਨੂੰ ਜੇ ਤੁਸੀਂ ਥੋੜੇ ਜਿਹੇ ਵੀ ਸਮਝਦਾਰ ਹੋ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਕੌਣ ਹੈ, ਕੀ ਹੈ, ਕਿੱਥੋਂ ਬੋਲ ਰਿਹਾ, ਕੀ ਪਰਸਨੈਲਿਟੀ ਹੈ ਇਹਦੀ। ਸੋ ਕਿਤੇ ਨਾ ਕਿਤੇ ਆਈ ਥਿੰਕ ਸਾਡੀ ਵੀ ਗਲਤੀ ਹੁੰਦੀ ਹੈ, ਅਸੀਂ ਇਨਸਿਕਿਉਰ ਹੁੰਦੇ ਹਾਂ ਬਾਹਰ ਆਉਣ ਲਈ ਤੇ ਅਸੀਂ ਇਦਾਂ ਦੇ ਕਦਮ ਚੁੱਕਦੇ ਹਾਂ। ਹਾਂਜੀ। ਆਮ ਤੌਰ ਦੇ ਉੱਤੇ ਕਾਫੀ ਸਾਲਾਂ ਤੋਂ ਇੱਕ ਰੁਝਾਨ ਬਣਿਆ ਆ ਰਿਹਾ, ਪੰਜਾਬ ਦੇ ਜਿਹੜੇ ਸਟੂਡੈਂਟ ਮੁੰਡੇ ਕੁੜੀਆਂ ਹੈਗੇ ਆ, ਉਹ ਉੱਥੋਂ ਕੋਈ ਆਈਲੈਟਸ ਪਾਸ ਕਰਕੇ ਕੋਈ ਬੈਂਡਸ ਵਗੈਰਾ ਜਿਹੜੇ ਰਿਕੁਆਇਰਡ ਬੈਂਡਸ ਹੈਗੇ ਆ ਉਹ ਲੈ ਕੇ ਕੈਨੇਡਾ, ਆਸਟ੍ਰੇਲੀਆ ਵਗੈਰਾ, ਅਮਰੀਕਾ 'ਚ ਤਾਂ ਬਹੁਤ ਘੱਟ ਆਏ ਆ, ਲੇਕਿਨ ਕੈਨੇਡਾ ਔਰ ਆਸਟ੍ਰੇਲੀਆ ਦੇ ਵਿੱਚ ਬਹੁਤ ਬੱਚੇ ਸਾਡੇ ਆਏ ਆ। ਅੱਛਾ, ਉੱਥੇ ਦੇ ਜਿਹੜੇ ਬੱਚੇ ਆ ਜਿਹੜੇ ਪੰਜਾਬ ਤੋਂ ਆਏ ਆ ਸਟੂਡੈਂਟ, ਉਹਨਾਂ ਬਾਰੇ ਵੱਖ-ਵੱਖ ਤਰ੍ਹਾਂ ਦੇ ਉਹਨਾਂ ਦੀ ਜ਼ਿੰਦਗੀ ਬਾਰੇ ਆਰਟੀਕਲ ਜਿਹੜੇ ਆ ਆਪਣੇ ਪੰਜਾਬੀ ਮੀਡੀਆ ਦੇ ਵਿੱਚ ਉਹ ਛਪਦੇ ਰਹੇ ਆ। ਔਰ ਇੱਥੋਂ ਤੱਕ ਕਿ ਕੁੜੀਆਂ ਦਾ ਜਿਹੜਾ ਰਹਿਣ ਸਹਿਣ ਆ ਇਹਨਾਂ ਕੰਟਰੀਆਂ ਦੇ ਵਿੱਚ ਜਦੋਂ ਪੰਜਾਬ ਤੋਂ ਇਕੱਲੀਆਂ ਆਉਂਦੀਆਂ, ਉਹਨਾਂ ਦੇ ਬਾਰੇ ਵੀ ਕਈ ਭਰਮ ਭੁਲੇਖੇ ਪੈਦਾ ਕਰਨ ਵਾਲੇ ਜਿਹੜੇ ਆਰਟੀਕਲ ਆ, ਹੋ ਸਕਦਾ ਉਹਨਾਂ ਵਿੱਚੋਂ ਕਿਸੇ ਲੈਵਲ ਤੱਕ ਕੋਈ ਸੱਚਾਈ ਵੀ ਹੋਵੇ, ਮੈਂ ਨਹੀਂ ਕਹਿ ਸਕਦਾ, ਮੈਂ ਕਿਸੇ ਗੱਲ ਨੂੰ ਜਸਟੀਫਾਈ ਨਹੀਂ ਕਰਦਾ। ਤੁਸੀਂ ਇਹ ਜਿਹੜਾ ਵਾਤਾਵਰਨ ਹੈ ਇੱਕ ਆਮ ਇੰਪ੍ਰੈਸ਼ਨ ਬਣ ਗਿਆ ਖਾਸ ਤੌਰ ਤੇ ਕੁੜੀਆਂ ਦੇ ਬਾਰੇ, ਉਹ ਜਿਹੜੀਆਂ ਬਾਹਰ ਕੁੜੀਆਂ ਆਉਂਦੀਆਂ ਪੜ੍ਹਨ ਵਾਸਤੇ, ਉਹ ਉਹਨੂੰ ਰੋਕਣ ਦੇ ਲਈ ਜਾਂ ਉਹ ਰੁਝਾਨ ਜਿਹੜਾ ਸਾਡਾ ਵੱਧ ਰਿਹਾ, ਜਾਂ ਉਹ ਇੰਪ੍ਰੈਸ਼ਨ ਜਿਹੜੀ ਸਾਡੀ ਸੁਸਾਇਟੀ ਲੈ ਰਹੀ ਆ ਉਹਨਾਂ ਕੁੜੀਆਂ ਮੁੰਡਿਆਂ ਦੇ ਬਾਰੇ, ਉਹਦੇ ਬਾਰੇ ਤੁਹਾਡੇ ਕਮੈਂਟਸ ਤੁਸੀਂ ਹਾਂਜੀ, ਕਹਿਣਾ ਚਾਹੁੰਦੇ ਆ? ਮੈਨੂੰ ਥੋੜੀ ਜਿਹੀ ਕਲੈਰਿਟੀ ਦੀ ਉਧਰ ਤੁਸੀਂ ਕਹਿ ਰਹੇ ਹੋ ਇੰਪ੍ਰੈਸ਼ਨ, ਤਾਂ ਕਿਦਾਂ ਦਾ ਇੰਪ੍ਰੈਸ਼ਨ ਕਿ ਕੀ ਉਹ ਆ ਕੇ ਗਲਤ ਕੰਮ ਕਰ ਰਹੇ ਨੇ, ਯੈਸ, ਡਰੱਗਸ ਕਰ ਰਹੇ ਨੇ ਇਹੋ ਕਿ? ਜਿਹਾ ਛਪ ਰਿਹਾ ਆਰਟੀਕਲ। ਹਾਂਜੀ। ਦੇਖੋ ਜੀ, ਉਹ ਤਾਂ ਮਤਲਬ ਨੇਟਿਵਲੀ ਵੀ ਐਗਜ਼ਿਸਟ ਕਰਦਾ ਕਿਸੇ ਵੀ ਕੰਟਰੀ 'ਚ, ਤੇ ਬਾਹਰੋਂ ਆ ਕੇ ਮੈਂ ਉਹਦਾ ਇੱਕ ਹੀ ਰੀਜ਼ਨ ਸੋਚ ਸਕਦੀ ਹਾਂ। ਇੱਕ ਤਾਂ ਹੈ ਕਿ ਸ਼ਾਇਦ ਕੁੜੀਆਂ ਜਿਹੜੀਆਂ ਅਗੇਨ ਉਹ ਅਪਬ੍ਰਿੰਗਿੰਗ ਤੇ ਆ ਜਾਂਦਾ ਤੁਹਾਡੀ, ਕਿ ਕਿਤੇ ਉਹਨਾਂ ਨੂੰ ਬਹੁਤ ਕੁੱਟੇ ਹੋਏ ਮਾਹੌਲ 'ਚ ਰੇਜ਼ ਕੀਤਾ ਜਾਂਦਾ ਹੈ, ਤਾਂ ਜਦੋਂ ਉਹ ਬਾਹਰ ਆਉਂਦੀਆਂ ਨੇ ਤਾਂ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਕਿ ਜਿੱਦਾਂ ਕਿ ਮਤਲਬ ਪੰਛੀ ਨੂੰ ਪਿੰਜਰੇ 'ਚੋਂ ਬਾਹਰ ਕੱਢ ਦਿੱਤਾ ਗਿਆ ਹੋਵੇ। ਹਾਂਜੀ ਜੇ ਤੁਸੀਂ ਇੰਡੀਆ 'ਚ ਹੀ ਓਨੀ ਖੋਲਦੇ ਹੋ, ਆਪਣੇ ਬੱਚੇ ਨੂੰ ਐਸੋਸੀਏਟ ਕਰੋ, ਸ਼ਾਇਦ ਉਹ ਪ੍ਰੋਬਲਮ ਤੁਸੀਂ ਉੱਥੇ ਹੀ ਸੋਲਵ ਕਰ ਸਕਦੇ ਹੋ। ਹਾਂਜੀ ਇਹ ਗੱਲ ਹੈਗੀ ਹੈ ਕਿ ਜਿਹੜੀ ਤੁਸੀਂ ਕਹਿੰਦੇ ਹੋ ਵੀ ਡਰੱਗਸ ਜਾਂ ਮਤਲਬ ਗਲਤ ਕੰਮਾਂ 'ਚ ਇਨਵੋਲਵ ਹੋਣਾ ਜਾਂ ਜੋ ਵੀ ਹੈ, ਸੋ ਇੱਕ ਤਾਂ ਇਹ ਰੀਜ਼ਨ ਹੋ ਸਕਦਾ। ਦੂਸਰਾ ਇਹ ਹੋ ਸਕਦਾ ਕਿ ਜਦੋਂ ਤੁਸੀਂ ਉੱਥੇ ਆਉਂਦੇ ਹੋ, ਪੇਰੈਂਟਸ ਨੇ ਜਿਹੜੇ ਲੋ ਮਿਡਲ ਕਲਾਸ ਫੈਮਲੀਜ਼ ਨੇ, 1 ਜਾਂ 2 ਕਿੱਲੇ ਆਉਂਦੇ ਆ ਜਿੱਦਾਂ ਤੁਹਾਨੂੰ, ਜਾਂ ਜੋ ਵੀ ਹੈ ਹਨਾ, ਹਾਂਜੀ ਹਾਂਜੀ ਸਾਰਾ ਕੁਝ ਵੇਚ ਕੇ ਉਹਨਾਂ ਨੇ ਆਪਣੇ ਬੱਚੇ ਨੂੰ ਭੇਜਿਆ ਹੁੰਦਾ, ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਉਹਨਾਂ, ਉਮੀਦਾਂ ਹੁੰਦੀਆਂ। ਹਾਂਜੀ ਪਰ ਅਗੇਨ ਪਹੁੰਚ ਤਾਂ ਗਏ ਬਟ ਕੈਪੇਬਿਲਿਟੀ ਨਹੀਂ ਹੁੰਦੀ, ਰਾਈਟ? ਹਾਂਜੀ ਕਿ ਉਹ ਹਾਈ ਪ੍ਰੋਫਾਈਲ ਜੌਬਸ ਕਰ ਸਕਣ, ਵਾਈਟ ਕਾਲਰ ਜੌਬਸ ਕਰ ਸਕਣ। ਸੋ ਉਹ ਕਿਤੇ ਨਾ ਕਿਤੇ ਉਹਨਾਂ ਦੀ, ਸ਼ਾਇਦ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਮਜਬੂਰੀ ਵੀ ਬਣ ਜਾਂਦੀ ਹੋਣੀ ਹੈ ਕਿ ਹੁਣ ਜੌਬ ਨਹੀਂ ਮਿਲ ਰਹੀ, ਪਿੱਛੇ ਜਾ ਨਹੀਂ ਸਕਦੇ, ਸੋ ਗਲਤ ਕੰਮਾਂ 'ਚ ਪੁਸ਼ ਹੋ ਜਾਂਦੀਆਂ, ਹਾਂਜੀ ਹਾਂਜੀ ਪੁਸ਼ ਕੀਤੀਆਂ ਜਾਂਦੀਆਂ। ਇੱਕ ਮੋਸਟ ਆਫ ਦ ਗਰਲਸ ਦੈਟ ਕਮ ਆਰ ਲਾਈਕ ਯੰਗ, ਹਨਾ, 18, ਹਾਂਜੀ 19, 20, 21, ਤੁਹਾਡਾ ਬ੍ਰੇਨ ਵੀ ਉਦੋਂ ਇੰਨਾ ਡਿਵੈਲਪ ਨਹੀਂ ਹੋਇਆ ਹੁੰਦਾਗਾ, ਹਾਂਜੀ ਤੇ ਅਵੇ ਫਰਮ ਸਾਰੇ ਰਿਸ਼ਤੇਦਾਰ, ਤੁਹਾਡੀ ਸਾਰੀ ਫੈਮਿਲੀ, ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ, ਹੂੰ ਤੇ ਉਹ ਇੱਕ ਕੰਟਰੀਬਿਊਟਿੰਗ ਫੈਕਟਰ ਹੋ ਸਕਦਾ ਹੈ, ਰਾਈਟ? ਮੈਨੂੰ ਹਾਂਜੀ ਇਹ ਲੱਗਦਾ ਹੈ ਕਿ ਇਹਨਾਂ ਬੱਚਿਆਂ ਨੂੰ ਜੱਜ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ ਹੈ, ਜਾਂ ਐਜੂਕੇਟ ਕਰਨਾ ਉਹਨਾਂ ਚਾਹੀਦਾ। ਨੂੰ ਗੱਲ ਆ ਕੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਜੇ ਕੋਈ ਫਸਿਆ ਹੋਇਆ ਹੈ ਇਸ ਚੀਜ਼ ਦੇ ਵਿੱਚ, ਹੈਲਪ ਚਾਹੀਦੀ ਹੈ ਤਾਂ ਉਹਦੀ ਹੈਲਪ ਕਰਨੀ ਚਾਹੀਦੀ ਹੈ, ਰਾਦਰ ਦੈਨ ਕਿ ਉਹਨਾਂ ਨੂੰ ਲੇਬਲ ਕਰ ਦੇਣਾ ਕਿ ਕੁੜੀਆਂ ਐਂ ਕਰਦੀਆਂ ਨੇ, ਮੁੰਡੇ ਐਂ ਕਰਦੇ ਨੇ, ਕਿਉਂਕਿ ਹਰ ਬੁਰੀ ਆਦਤ, ਹਰ ਬੁਰੇ ਰਸਤੇ ਦਾ ਕਿਤੇ ਨਾ ਕਿਤੇ ਪਿੱਛੇ ਕੋਈ ਹਿਸਟਰੀ ਹੁੰਦੀ ਹੈ, ਬੈਕ। ਹਾਂਜੀ ਹਾਂਜੀ ਹਾਂਜੀ। ਮੈਂ ਰਜਵਿੰਦਰ ਇੱਕ ਵੀਡੀਓ ਸੁਣੀ ਸੀਗੀ ਥੋੜੇ ਇੱਕ ਸਮੇਂ ਪਹਿਲਾਂ। ਹਾਂਜੀ। ਉਸ ਵੀਡੀਓ ਦੇ ਵਿੱਚ ਇੱਕ ਕੁੜੀ ਜਿਹੜੀ ਆਪਣੇ ਪੰਜਾਬ ਦੀ ਸੀ, ਉਹ ਸਟੂਡੈਂਟ ਸੀ, ਇੱਥੇ ਕੈਨੇਡਾ 'ਚ ਆਈ। ਉਹ ਕਿਸੇ ਲੜਕੀ ਨੂੰ, ਜਾਂ ਔਰਤ ਹੋਣੀ ਆ, ਉਹ ਸਾਹਮਣੇ ਨਹੀਂ ਆਈ, ਉਹਨੂੰ ਇੱਕ ਇੰਟਰਵਿਊ ਦੇ ਰਹੀ ਆ, ਔਰ ਇੰਟਰਵਿਊ ਦੇ ਦੌਰਾਨ ਉਹ ਇੰਨੀ ਵਲਗਰ ਲੈਂਗੁਏਜ
ਬੋਲ ਲਈ ਆ ਜਾਂ ਇੰਨੇ ਭੈੜੇ ਤਰੀਕੇ ਨਾਲ ਜਿਹੜੇ ਇੱਕ ਸਮਾਜ ਵਿੱਚ ਬਹਿ ਕੇ ਕੋਈ ਵੀ ਬੰਦਾ ਜਿਹੜਾ ਮੈਂ ਘੱਟੋ ਘੱਟ ਉਹਨੂੰ ਸੁਣ ਨਹੀਂ ਸੀ ਸਕਿਆ ਹਾਂਜੀ। ਵੀ ਉਹ ਜਿਹੜੀ ਇੰਟਰਵਿਊ ਦੇ ਰਹੀ ਆ ਜਾਂ ਜਿਹੜੀ ਇੰਟਰਵਿਊ ਲੈਣ ਵਾਲੀ ਲੇਡੀ ਸੀਗੀ ਉਹ ਕਿਸ ਤਰ੍ਹਾਂ ਇੰਨਾ ਜਿਗਰਾ ਕਰਕੇ ਇੰਨੀ ਹਿੰਮਤ ਕਰਕੇ ਇਹੋ ਜਿਹੇ ਕੁਐਸਚਨ ਉਹਨੂੰ ਪੁੱਛ ਰਹੀ ਆ ਜਿਹਨੂੰ ਸਾਡਾ ਸਮਾਜ ਕਿਸੇ ਵੀ ਹਾਲਤ ਵਿੱਚ ਇੱਕ ਉਹਨੂੰ ਪ੍ਰਵਾਨ ਨਹੀਂ ਕਰ ਸਕਦਾ। ਲੇਕਿਨ ਫਿਰ ਵੀ ਇੰਨੇ ਜਿਹੜੇ ਬੱਚੇ ਆ ਇੰਨੇ ਖੁੱਲੇ ਹੋ ਗਏ ਆ ਕਿ ਉਹ ਇਸ ਗੱਲ ਨੂੰ ਵੀ ਕਹਿਣ ਤੋਂ ਸ਼ਰਮ ਨਹੀਂ ਕਰਦੇ ਕਿ ਉਹ ਜਿਹੜਾ ਕੰਮ ਕਰਨ ਜਾ ਰਹੇ ਆ ਉਹ ਇੱਕ ਬਹੁਤ ਹੀ ਬੇਹੱਦ ਸ਼ਰਮਨਾਕ ਔਰ ਖਤਰਨਾਕ ਹੈ ਔਰ ਉਹਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਜੀ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਅਸੀਂ ਉਸ ਤਰ੍ਹਾਂ ਕਰ ਰਹੇ ਹਾਂ ਉਹ ਜੇਕਰ ਉਹਨਾਂ ਦੀਆਂ ਗੱਲਾਂ ਇੱਕ ਸੁਣੀਆਂ ਨਹੀਂ ਜਾ ਸਕਦੀਆਂ ਤੇ ਉਹਨਾਂ ਨੂੰ ਬਰਦਾਸ਼ਤ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਤੋ ਇਹ ਜਿਹੜੇ ਇਹੋ ਜਿਹੇ ਮੈਂ ਤਾਂ ਇਹਨਾਂ ਨੂੰ ਕਹੂੰਗਾ ਗੁੰਮਰਾਹ ਮੁੰਡੇ ਆ ਜਾਂ ਕੁੜੀਆਂ ਮੇਰੀ ਨੋਟਿਸ ਤਾਂ ਹਜੇ ਤਾਈਂ ਕੁੜੀਆਂ ਆਈਆਂ ਕਿਸੇ ਮੁੰਡੇ ਦਾ ਐਸੀ ਇੰਟਰਵਿਊ ਨਹੀਂ ਮੈਂ ਸੁਣੀ ਦੇਖੀ। ਇਹਦੇ ਬਾਰੇ ਤੁਸੀਂ ਕੁਛ ਕੁੜੀਆਂ ਨੂੰ ਕੁਛ ਕਹਿਣਾ ਚਾਹੁੰਦੇ ਆ ਜਾਂ ਉਹਨਾਂ ਨੂੰ ਕੋਈ ਨਸੀਹਤ ਜਾਂ ਕੋਈ ਆਪਣਾ ਕੋਈ ਐਡਵਾਈਸ ਦੇਣਾ ਚਾਹੁੰਦੇ ਆ? ਹਾਂਜੀ, ਆਈ ਡੋਂਟ ਨੋ ਤੁਸੀਂ ਕਿਸ ਵੀਡੀਓ ਦੀ ਗੱਲ ਕਰ ਰਹੇ ਹੋ, ਪਰ ਜੇ ਮੇਰੀ ਐਡਵਾਈਸ ਦੀ ਤੁਸੀਂ ਮਤਲਬ ਜਿੱਦਾਂ ਗੱਲ ਕੀਤੀ ਹੈ ਤਾਂ ਮੈਂ ਇਹੀ ਕਹੂੰਗੀ ਕਿ ਜਦੋਂ ਬੰਦਾ ਅੰਦਰੋਂ ਊਣਾ ਫੀਲ ਕਰਦਾ ਜਾਂ ਅੰਦਰੋਂ ਪੂਰਾ ਨਹੀਂ ਹੁੰਦਾ ਜਾਂ ਕਿਸੇ ਚੀਜ਼ ਦੀ ਕਮੀ ਹੁੰਦੀ ਹੈ, ਕੈਨ ਇਟ ਬੀ ਅ ਕੈਲੀਬਰ ਔਰ ਇਟਸ ਲਾਈਕ ਐਨ ਐਮਟੀਨੈਸ ਔਰ ਇਮੋਸ਼ਨਲੀ ਐਮਟੀ ਫੀਲ ਕਰਦਾ, ਉਹ ਸ਼ਾਇਦ ਕਿਸੇ ਇਹੋ ਜਿਹੇ ਸੁਪਰਫਿਸ਼ੀਅਲ ਪਲੇਜ਼ਰਸ 'ਚ ਇਨਵੋਲਵ ਹੋ ਜਾਂਦਾ ਹੈ। ਤਾਂ ਮੈਂ ਤਾਂ ਉਹਨਾਂ ਨੂੰ ਇਹ ਕਹੂੰਗੀ ਕਿ ਸਪਿਰਿਚੁਅਲਿਟੀ ਵੱਲ ਆਪਣਾ ਧਿਆਨ ਕਰਨ, ਆਪਣੇ ਅੰਦਰ ਝਾਤ ਮਾਰਨ, ਆਪਣੇ ਆਪ ਤੇ ਟਾਈਮ ਸਪੈਂਡ ਕਰਨ, ਆਪਣੇ ਆਪ ਨੂੰ ਗਰੂਮ ਕਰਨ ਤੇ ਆਪਣੇ ਆਪ ਨੂੰ ਐਜੂਕੇਟ ਕਰਨ ਤੇ ਟਾਈਮ ਸਪੈਂਡ ਕਰਨ, ਰਾਦਰ ਦੈਨ ਫਾਈਂਡਿੰਗ ਪਲੇਜ਼ਰ ਸਮਾਲ ਸ਼ਾਰਟ ਲਿਵਡ ਪਲੇਜ਼ਰਸ ਕਹਿ ਸਕਦੇ ਹਾਂ ਆਪਾਂ ਇਹਨਾਂ ਨੂੰ ਵੀ, ਜਿਹੜੇ ਈਜ਼ੀਲੀ ਤੁਹਾਡੇ ਮਤਲਬ ਤੁਹਾਨੂੰ ਲੱਗਦਾ ਹੈ ਕਿ ਪਲੇਜ਼ਰ ਹੈ, ਬਟ ਇਫ ਯੂ ਸਿਟ ਬੈਕ ਸਮਟਾਈਮਸ ਇਟਸ ਨਾਟ pleasure, it actually creates more emptiness and hollowness ਜਿਹੜੀ ਹੁੰਦੀ ਹੈ ਤੁਹਾਡੇ ਅੰਦਰ, ਰਾਈਟ? ਸੋ ਆਈ ਥਿੰਕ ਮੇਰੀ ਇਹੀ ਐਡਵਾਈਸ ਆ ਸਾਰੀਆਂ ਕੁੜੀਆਂ ਤੇ ਮੁੰਡਿਆਂ ਨੂੰ ਕਿ ਸਪਿਰਿਚੁਅਲਿਟੀ ਐਂਡ ਦੈਨ ਆਪਦੇ ਆਪ ਤੇ ਕੰਮ ਕਰੋ, ਆਪਦੇ ਆਪ ਨੂੰ ਗਰੂਮ ਕਰਨ ਤੇ, ਐਜੂਕੇਟ ਕਰਨ ਤੇ, ਆਪਦੇ ਆਪ ਨੂੰ ਸੁਧਾਰਨ ਤੇ। there are 1000 things you can read a book, ਤੁਸੀਂ ਕੋਈ ਹੌਬੀਜ਼ ਰੱਖ ਸਕਦੇ ਹੋ, ਉਹ ਪਲੇਜ਼ਰ ਜਿਹੜਾ ਤੁਸੀਂ ਉਹ ਅਚੀਵਮੈਂਟ ਜਦੋਂ ਕੋਈ ਕੁਛ ਚੈਲੰਜ ਰੱਖਦੇ ਹੋ ਆਪਣੇ ਸਾਹਮਣੇ, ਉਹਨੂੰ ਅਚੀਵ ਕਰਦੇ ਹੋ, ਉਹ ਪਲੇਜ਼ਰ ਤੁਸੀਂ ਉੱਥੋਂ ਲੈ ਸਕਦੇ ਹੋ। ਆਮ ਤੌਰ ਦੇ ਉੱਤੇ ਦੇਖਣ ਵਿੱਚ ਆਇਆ, ਮੇਰਾ ਐਕਸਪੀਰੀਅੰਸ ਇਹ ਵੀ ਹੈਗਾ, ਮੈਂ ਦੇਖਿਆ ਸੁਣਿਆ ਵੀ ਹੈਗਾ ਕਿ ਜਿਹੜੇ ਆਪਣਾ ਸਮਾਜ ਹੈ ਨਾ ਜਾਂ ਸਾਡੇ ਸਮਾਜ ਦੇ ਜਿਹੜੇ ਲੋਕ ਆ ਜਾਂ ਜਿਹੜਾ ਇੱਥੇ ਬਿਜ਼ਨਸ ਵਰਗ ਦੇ ਲੋਕ ਹੈ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਉਹਨਾਂ ਵਿੱਚੋਂ ਕੁਝ ਪਰਸੈਂਟ ਲੋਕਾਂ ਦੀ ਮੈਂ ਗੱਲ ਕਰਦਾ ਆ, ਉਹ ਖੁਦ ਹੀ ਆਪਣੇ ਸਮਾਜ ਦੇ ਮੁੰਡੇ ਕੁੜੀਆਂ ਨੂੰ ਐਕਸਪਲੋਇਟ ਕਰਦੇ ਆ। ਕਈ ਉਹਨਾਂ ਨੂੰ ਨੌਕਰੀ ਤੇ ਰੱਖ ਲੈਂਦੇ ਆ, ਉਹਨਾਂ ਦੀ ਬਣਦੀ ਪੇ ਜਿਹੜੀ ਆ ਤਨਖਾਹ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ, ਉਹਨਾਂ ਕੋਲੋਂ ਜਿਹੜੇ ਲੀਗਲ ਆਵਰਸ ਹੈਗੇ ਆ ਕੰਮ ਕਰਨ ਦੇ ਉਹਨਾਂ ਨਾਲੋਂ ਜ਼ਿਆਦਾ ਕੰਮ ਕਰਵਾਇਆ ਜਾਂਦਾ। ਕਈ ਵਾਰੀ ਕੀ ਹੁੰਦਾ, ਇੱਕ ਮੁੰਡੇ ਨੂੰ ਮੈਂ ਦੇਖਿਆ, ਉਹਨੂੰ ਮਹੀਨਾ ਭਰ ਕਹਿੰਦਾ ਜੀ ਤੈਨੂੰ ਟ੍ਰੇਨਿੰਗ ਦੇਣੀ ਆ, ਟ੍ਰੇਨਿੰਗ ਜਦ ਮਹੀਨਾ ਬੀਤ ਗਿਆ ਕਹਿੰਦੇ ਯਾਰ ਤੂੰ ਸਾਡੇ ਫਿੱਟ ਨਹੀਂ, ਉਹ ਹਾਂਜੀ, ਮਹੀਨਾ ਉਹਦੇ ਕੋਲ ਕੰਮ ਵੀ ਮੁਫਤ ਕਰਵਾ ਲਿਆ। ਇਹੋ ਜਿਹੀ ਜਿਹੜੀ ਐਕਸਪਲॉयटेशन ਹੁੰਦੀ ਆ ਬੱਚਿਆਂ ਦੀ, ਇਹ ਇੱਕ ਆਮ ਜਿਹੀ ਗੱਲ ਹੀ ਬਣ ਗਈ ਆ। ਤੁਸੀਂ ਆਪਣੀ ਸੁਸਾਇਟੀ ਨੂੰ ਇਹਦੇ ਬਾਰੇ ਕੀ ਤਾੜਨਾ ਕਰਨੇ ਚਾਹੁੰਦੇ ਆ ਵੀ ਸੁਸਾਇਟੀ ਨੂੰ ਇੱਕ ਸੇਧ ਦੇਣ ਦਾ ਕੰਮ ਉਸ ਸੁਸਾਇਟੀ ਦੇ ਜ਼ਿੰਮੇ ਹੁੰਦਾ, ਜਦ ਕਿ ਅਸੀਂ ਬੱਚਿਆਂ ਨੂੰ ਜਿਹੜਾ ਉਹ ਐਕਸਪਲॉयਟ ਕਰਨ ਦੇ ਪਾਸੇ ਵੱਲ ਤੁਰੇ ਹੋਏ ਹਾਂ। ਹਾਂਜੀ। ਆਈ ਮੀਨ ਮੈਂ ਤਾਂ ਇੰਨਾ ਹੀ ਕਹਿ ਸਕਦੀ ਹਾਂ ਕਿ ਜਿਹੜਾ ਇੱਕ ਬੱਚਾ ਇੰਨਾ ਕੁਝ ਛੱਡ ਕੇ ਇਕੱਲਾ ਇੱਥੇ ਆਇਆ ਹੈ ਤਾਂ ਉਹਨੂੰ ਮਤਲਬ ਉਹਦੀ ਆਪਾਂ ਨੂੰ ਹੈਲਪ ਕਰਨੀ ਚਾਹੀਦੀ ਹੈ। ਐਕਸਪਲੋਇਟੇਸ਼ਨ ਤਾਂ ਇਟ ਸ਼ੁਡ ਨਾਟ ਇਵਨ ਇਨ ਦਾ ਮਾਈਂਡ, ਬਟ ਆਮ ਸੌਰੀ ਕਿ ਇਹ ਹੋ ਵੀ ਰਿਹਾ ਤੇ ਮੈਂ ਖੁਦ ਵੀ ਦੇਖਿਆ, ਮੈਂ ਖੁਦ ਵੀ ਐਕਸਪੀਰੀਅੰਸ ਕੀਤੀਆਂ ਇਹ ਚੀਜ਼ਾਂ। ਬਟ ਆਈ ਥਿੰਕ ਕਿਤੇ ਨਾ ਕਿਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਕਿ ਜੇ ਕੋਈ ਉਹਨਾਂ ਨੂੰ ਐਕਸਪਲੋਇਟ ਕਰ ਰਿਹਾ ਤਾਂ ਵਾਕ ਅਵੇ ਕਰਨ ਸਿਚੁਏਸ਼ਨ ਤੋਂ। ਮਤਲਬ ਦੋਨਾਂ ਪਾਸੇ ਹੀ ਜੇ ਆਪਾਂ ਐਕਸਪਲੋਇਟ ਹੋਣ ਦਿੰਨੇ ਆ ਤਾਂ ਆਪਾਂ ਐਕਸਪਲੋਇਟ ਹੁੰਨੇ ਆ। ਸੋ ਬੱਚਿਆਂ ਨੂੰ ਗਾਈਡੈਂਸ ਨਾ ਹੋਵੇ ਤੇ ਮੈਂ ਇਸ ਗੱਲ ਦੇ ਪਿੱਛੇ ਵੀ ਜਾਂਦਾ, ਜਦੋਂ ਬੱਚਿਆਂ ਨੂੰ ਤੁਸੀਂ ਗਾਈਡ ਨਹੀਂ ਸਹੀ ਤਰੀਕੇ ਨਾਲ ਕਰੋਗੇ, ਉਹਨਾਂ ਨੂੰ ਐਜੂਕੇਟ ਨਹੀਂ ਕਰੋਗੇ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੋਊਗਾ
ਕਿ ਉਹਨਾਂ ਨੇ ਆਪਣਾ ਪਾਰਟਨਰ ਕਿੱਦਾਂ ਚੁਣਨਾ, ਕਿਸ ਤਰ੍ਹਾਂ ਚੁਣਨਾ, ਕਿਹਨੂੰ ਉਹਨਾਂ ਨੇ ਪ੍ਰੈਫਰੈਂਸ ਦੇਣੀ ਆ, ਕਿਸ ਤਰ੍ਹਾਂ ਉਹਨਾਂ ਨੇ ਮੁੰਡਿਆਂ ਦੇ ਵਿੱਚ ਵਿਚਰਨਾ, ਕਿਸ ਤਰ੍ਹਾਂ ਉਹਨਾਂ ਨੇ ਕੁੜੀਆਂ ਨਾਲ ਬਿਹੇਵ ਕਰਨਾ, ਆਪਣੇ ਸਟੂਡੈਂਟ ਜਿਹੜੇ ਉਹਨਾਂ ਦੀ ਕੋ ਸਟੂਡੈਂਟ ਕਲਾਸ ਦੇ ਹੈਗੇ ਆ। ਤੇ ਫਿਰ ਬੱਚਿਆਂ ਨੂੰ ਵੀ ਉਹ ਜਿਹੜੀ ਇੱਕ ਉਮਰ ਹੁੰਦੀ ਆ, ਸਰਟਨ ਉਮਰ ਹੁੰਦੀ ਆ ਯੰਗ ਬਲੱਡ ਦੀ, ਉਸ ਉਮਰ ਦੇ ਵਿੱਚ ਜਿਹਨੂੰ ਆਪਾਂ ਇੱਕ ਪੰਜਾਬੀ ਦੇ ਵਿੱਚ ਕੱਚੀ ਉਮਰ ਕਹਿ ਲੈਂਦੇ ਆ, ਉਹਦੇ ਉਮਰ ਵਿੱਚ ਗਲਤੀਆਂ ਹੋਣੀਆਂ ਇੱਕ ਕੋਈ ਬਹੁਤ ਵੱਡੀ ਗੱਲ ਨਹੀਂ। ਬਹੁਤ ਸਾਰੇ ਬੱਚੇ ਇਹਦੇ ਵਿੱਚ ਗਲਤੀਆਂ ਕਰ ਲੈਂਦੇ ਆ। ਅੱਛਾ, ਇੱਕ ਗੱਲ ਮੈਂ ਹੋਰ ਤੁਹਾਨੂੰ ਪੁੱਛਣੀ ਚਾਹੁੰਦਾ ਆ ਵੀ ਜਿਹੜਾ ਜਿੱਦਾਂ ਆਪਾਂ ਇੱਥੇ ਆਣ ਕੇ ਜਿਸ ਤਰ੍ਹਾਂ ਤੁਹਾਡੀ ਮੈਰਿਜ ਹੋਈ, ਤੁਸੀਂ ਕੋਈ ਮਿਡਲਮੈਨ ਵੀ ਰੱਖਿਆ ਹੋਊਗਾ ਜਾਂ ਹੋਊਗਾ, ਜਾਂ ਕਿਸੇ ਨੇ ਤੁਹਾਨੂੰ ਰਿਕਮੈਂਡ ਕੀਤਾ ਹੋਊਗਾ ਵੀ ਇਹ ਮੁੰਡਾ ਬੜਾ ਠੀਕ ਹੈ, ਹਾਂਜੀ ਹਾਂਜੀ ਮਿਡਲ ਮੈਨ ਤੇ ਨਹੀਂ ਸੀ, ਖੈਰ ਅਸੀਂ ਮਤਲਬ ਇਟ ਵਾਜ਼ ਐਨ ਅਰੇਂਜ, ਬਟ ਹਾਂਜੀ ਥੋੜੀ ਬਹੁਤੀ ਜਾਣ ਪਛਾਣ ਸੀਗੀ। ਸੀਗੀ। ਚਲੋ ਐਨੀ ਹੋ, ਮੈਂ ਇਸ ਕਰਕੇ ਪੁੱਛ ਰਿਹਾ ਵੀ ਆਮ ਤੌਰ ਦੇ ਉੱਤੇ ਮੈਨੂੰ ਪਤਾ ਆ ਚੰਗੀ ਤਰ੍ਹਾਂ ਵੀ ਜਿਹੜੇ ਸਾਡੇ ਰਿਸ਼ਤੇਦਾਰ ਆ ਨਾ, ਭੈਣ ਭਰਾ ਆ, ਉਹੋ ਹੀ ਆਪਣੇ ਰਿਸ਼ਤੇਦਾਰਾਂ ਨੂੰ ਗੁੰਮਰਾਹ ਕਰਦੇ ਆ। ਮਸਲਨ ਇੱਕ ਕੇਸ ਮੇਰੇ ਨੋਟਿਸ 'ਚ ਆ, ਮੈਂ ਕਈ ਜਗ੍ਹਾ ਕੋਟ ਕੀਤਾ ਇਸ ਗੱਲ ਨੂੰ। ਇੱਕ ਮਾਸੀ ਆਪਣੀ ਭਾਣਜੀ ਦਾ ਰਿਸ਼ਤਾ ਇੱਥੇ ਲੈ ਕੇ ਆਈ। ਉਹਨੇ ਸਮਾਂ ਪਾ ਕੇ ਉਹਨਾਂ ਦੋਵਾਂ ਮੀਆਂ ਬੀਵੀ ਦੇ ਦਰਮਿਆਨ ਜਿਹੜੀ ਆ ਨਾ ਤਰੇੜ ਪੈਦਾ ਕਰ ਦਿੱਤੀ। ਤਰੇੜ ਪੈਦਾ ਜਦ ਹੋ ਗਈ ਤਾਂ ਉਹਨਾਂ ਨੇ ਡਿਵੋਰਸ ਕਰਵਾਤਾ ਜੀ ਦੋਵਾਂ ਦਾ, ਆਪਣੀ ਭਾਣਜੀ ਦਾ ਵੀ ਤੇ ਜਵਾਈ ਦਾ ਵੀ। ਮੁੱਕ ਦੀ ਗੱਲ ਇਹ ਆ, ਉਹ ਜਨਾਨੀ ਜਿਹੜੀ ਮਾਸੀ ਸੀਗੀ ਕੁੜੀ ਦੀ ਲੱਗਦੀ, ਹੁਣ ਮਾਸੀ ਤੇ ਮਾਂ 'ਚ ਕੋਈ ਖਾਸ ਫਰਕ ਨਹੀਂ ਸਮਝਿਆ ਜਾਂਦਾ। ਉਸ ਮਾਸੀ ਦੇ ਮਨ ਦੇ ਵਿੱਚ ਪਹਿਲਾਂ ਹੀ ਤੋਂ ਹੀ ਸਟਾਰਟਿੰਗ ਟਾਈਮ ਤੋਂ ਵੀ ਕੁਝ ਹੋਰ ਹੀ ਸੀਗਾ। ਉਹਨੇ ਕੀ ਕੀਤਾ, ਦੋਵਾਂ ਨੂੰ ਡਿਵੋਰਸ ਕਰਵਾ ਕੇ ਅੱਡੋ ਅੱਡੀ ਕਰਕੇ ਆਪਣਾ ਇੱਕ ਰਿਸ਼ਤੇਦਾਰ ਜਿਹੜਾ ਉਹ ਕੁੜੀ ਨਾਲ ਵਿਆਹ ਕੇ ਲੈ ਆਂਦਾ, ਤੇ ਇੱਕ ਕੁੜੀ ਆਪਣੀ ਰਿਸ਼ਤੇਦਾਰ ਉਹ ਮੁੰਡੇ ਨਾਲ ਵਿਆਹ ਕੇ ਲੈ ਆਂਦੀ। ਮਤਲਬ ਇਸ ਲੈਵਲ ਦੀ ਗਿਰੀ ਹੋਈ ਜਿਹੜੀ ਸਿਆਸਤ ਆ, ਜਾਂ ਇਹੋ ਜਿਹੇ ਗਿਰੇ ਹੋਏ ਜਿਹੜੇ ਘਿਨਾਉਣੇ ਅਪਰਾਧ ਆ, ਉਹ ਵੀ ਅਸੀਂ ਲੋਕ ਕਰਦੇ ਹਾਂ। ਉਹ ਇਹੋ ਜਿਹੇ ਅਪਰਾਧਾਂ ਨੂੰ ਕਰਨ ਵਾਲੇ ਵੀ ਸਾਡੇ ਹੀ ਲੋਕ ਆ, ਸਾਡੇ ਵਿੱਚੋਂ ਹੀ ਆ, ਸਾਡੇ ਪਰਿਵਾਰਾਂ ਵਿੱਚੋਂ ਹੀ ਆ। ਤੇ ਇਹ ਜਿਹੜਾ ਰੁਝਾਨ ਹੈ, ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਇੱਕ ਸਮਾਜ ਦੇ ਵਿੱਚ ਬਹਿ ਕੇ ਗੱਲ ਕਰਦੇ ਆ, ਤੁਹਾਨੂੰ 10 ਗੱਲਾਂ ਹੋਰ ਇੱਧਰ ਉਦੋਂ ਸੁਣਨ ਨੂੰ ਮਿਲਦੀਆਂ। ਤੁਸੀਂ ਇਹ ਜਿਹੜਾ ਟ੍ਰੈਂਡ ਇੱਕ ਪੈਦਾ ਹੋਇਆ, ਇਹਦੇ ਬਾਰੇ ਜਿਹੜਾ ਤੁਸੀਂ ਕੀ ਮਤਲਬ ਕਹਿਣਾ ਚਾਹੁੰਦੇ ਆ ਇਹਦੇ ਬਾਰੇ? ਦੇਖੋ ਜੀ, ਆਈ ਥਿੰਕ ਗੱਲ ਉੱਥੇ ਹੀ ਆ ਜਾਂਦੀ ਹੈ ਬਾਰ-ਬਾਰ। ਆਈ ਥਿੰਕ ਆਪਾਂ ਸਾਰੀਆਂ ਪ੍ਰੋਬਲਮਸ ਨੂੰ ਜੇ ਦੇਖੀਏ ਤਾਂ ਬੈਕ ਟੂ ਸਕੁਅਰ ਵਨ ਹੀ ਆ ਰਹੇ ਹਾਂ ਕਿ ਜੇ ਤੁਸੀਂ ਜਿਹਦੇ ਨਾਲ ਵਿਆਹ ਕਰਾਉਣਾ ਹੈ, ਪਹਿਲਾਂ ਤਾਂ ਤੁਸੀਂ ਆਪ ਸਮਝਦਾਰ ਬਣੋ। ਹਾਂਜੀ, ਮਤਲਬ ਤੁਸੀਂ ਆਪ ਐਜੂਕੇਟਡ ਬਣੋ, ਤੁਸੀਂ ਆਪ ਪੂਰਨ ਹੋਣੇ ਚਾਹੀਦੇ ਹੋ ਅੰਦਰੋਂ, ਰਾਈਟ? ਹਾਂਜੀ, ਤੇ ਤੁਹਾਨੂੰ ਕੋਈ ਇਨਸਿਕਿਉਰਿਟੀ ਨਹੀਂ ਹੋਣੀ ਚਾਹੀਦੀ। ਹਾਂਜੀ, ਦੂਜੀ ਗੱਲ ਹੈ ਕਿ ਜਦੋਂ ਤੁਸੀਂ ਐਜੂਕੇਟਡ ਹੋ, ਤੁਸੀਂ ਫਿਰ ਮਤਲਬ ਜਿਹੜਾ ਆਪਣਾ ਪਾਰਟਨਰ ਸੂਝ-ਬੂਝ ਨਾਲ ਚੁਣ ਸਕਦੇ ਹੋ, ਰਾਈਟ? ਗੱਲ ਉੱਥੇ ਹੀ ਖਤਮ ਨਹੀਂ ਹੁੰਦੀ ਕਿ ਵਿਆਹ ਵੀ ਹੋ ਜਾਂਦੇ ਆ, ਚਲੋ ਸੂਝ-ਬੂਝ ਨਾਲ ਤੁਸੀਂ ਪਾਰਟਨਰ ਵੀ ਲੱਭ ਲੈਂਦੇ ਹੋ। ਸੂਝ-ਬੂਝ ਜਿਹੜੀ ਆ ਉਹ ਆਈ ਥਿੰਕ ਤੁਸੀਂ ਜਦੋਂ ਤੁਹਾਡਾ ਵਿਆਹ ਹੋ ਜਾਂਦਾ ਆ, ਮਰਦੇ ਦਮ ਤੱਕ ਤੁਹਾਨੂੰ ਸੂਝ-ਬੂਝ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ। ਹਾਂਜੀ, 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 ਸੋ ਆਈ ਥਿੰਕ ਆਈ ਵੁੱਡ ਸੇ ਕਿ ਮੁੰਡੇ ਕੁੜੀਆਂ ਜਿਹੜੇ ਹੈਗੇ ਆ ਉਹਨਾਂ ਨੂੰ ਇਹਦੇ ਚ ਸੁਸਾਇਟੀ ਚ ਹਰ ਤਰ੍ਹਾਂ ਦੇ ਅੰਸ਼ ਮਿਲਣਗੇ ਤੁਹਾਨੂੰ। ਹਾਂਜੀ, ਤੁਸੀਂ ਹਰ ਬੰਦੇ ਨੂੰ ਚੇਂਜ ਨਹੀਂ ਕਰ ਸਕਦੇਗੇ। ਹਾਂਜੀ, ਜਿੱਦਾਂ ਹੁਣ ਆਪਾਂ ਹੁਣ ਬੀਚ ਤੇ ਜਾਂਦੇ ਆ ਤੇ ਰੇਤ ਬਹੁਤ ਤੱਤੀ ਆ, ਹਾਂਜੀ, ਸਾਰੀ ਤੱਤੀ ਰੇਤ ਤੇ ਆਪਾਂ ਚਾਦਰ ਨਹੀਂ ਵਿਛਾ ਸਕਦੇ, ਆਪਾਂ ਚੱਪਲ ਪਾ ਸਕਦੇ ਆ। ਹਾਂਜੀ, ਸੋ ਆਈ ਥਿੰਕ ਮੇਰਾ ਜੋ ਮਤਲਬ ਮੇਰਾ ਜੋ ਪੁਆਇੰਟ ਆਫ ਵਿਊ ਹੈ, ਮੈਂ ਉਹੀ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਆਪਣੇ ਆਪ ਨੂੰ ਐਜੂਕੇਟ ਕਰੋ, ਆਪਣੇ ਆਪ ਨੂੰ ਸਮਾਰਟ ਕਰੋ, ਆਪਣੇ ਆਪ ਨੂੰ ਸਮਝੋ ਕਿ ਜੇ ਕੋਈ ਕੁਝ ਕਰ ਵੀ ਰਿਹਾ ਤਾਂ ਉਹਦਾ ਮੋਟਿਵ ਕੀ ਹੈ, ਤੇ ਉਹਨੂੰ ਮਤਲਬ ਆਪਣੀ ਸਮਾਰਟਨੈਸ ਨਾਲ, ਆਪਣੀ ਸਮਝਦਾਰੀ ਨਾਲ ਉਹਨੂੰ ਹੈਂਡਲ ਕਰੋ, ਟੈਕਲ ਕਰਨ ਦੀ ਕੋਸ਼ਿਸ਼ ਕਰੋ। ਹਾਂਜੀ, ਨਹੀਂ ਤਾਂ ਮਤਲਬ ਪ੍ਰੋਬਲਮਸ ਤਾਂ ਹਮੇਸ਼ਾ ਦੁਨੀਆ 'ਚ ਹਰ ਪਾਸਿਓਂ ਹਰ ਤਰ੍ਹਾਂ ਦੇ ਲੋਕ ਹਰ ਦਿਨ ਤੁਸੀਂ ਇਨਕਾਊਂਟਰ ਕਰਦੇ ਹੋ। ਘਰ 'ਚ ਨਹੀਂ, ਕੰਮ ਤੇ ਵੀ ਕਰਦੇ ਹੋ, ਬਾਹਰ ਜਾਂਦੇ ਹੋ, ਸੋਸ਼ਲ ਸਰਕਲ ਦੇ ਵਿੱਚ ਵੀ ਕਰਦੇ ਹੋ। ਸੋ ਆਈ ਥਿੰਕ ਅਗੇਨ ਮਤਲਬ ਮੇਰਾ ਤਾਂ ਇਹੀ ਹੈ ਸੁਜੈਸ਼ਨ ਜਾਂ ਕਹਿ ਲਓ ਕਿ ਸੁਝਾਅ ਕਿ ਆਪਣੇ ਆਪ ਤੇ ਟਾਈਮ ਇਨਵੈਸਟ ਕਰੋ, ਆਪਣੇ ਆਪ ਤੇ ਸੂਝਵਾਨ ਬਣਾਓ ਆਪਣੇ ਆਪ ਨੂੰ। ਸੋ ਐਂਡ ਕਈ ਵਾਰੀ ਮਤਲਬ ਤੁਹਾਨੂੰ ਕਈ ਚੀਜ਼ਾਂ ਨੂੰ ਇਗਨੋਰ ਕਰਨਾ ਪੈਂਦਾ ਹੈ, ਜਾਂ ਫਿਰ ਆਪਣੀ ਪੇਸ਼ੈਂਸ ਲੈਵਲ ਹੈ ਜਿਹੜੀ ਥੋੜੀ ਉਹ ਮਤਲਬ ਵਧਾਉਣੀ ਚਾਹੀਦੀ ਹੈ, ਮੁੰਡਿਆਂ ਨੂੰ ਵੀ ਕੁੜੀਆਂ ਨੂੰ ਵੀ। ਹਾਂਜੀ, ਹਾਂਜੀ।
ਹਾਂਜੀ। ਅੱਛਾ ਰਜਵਿੰਦਰ, ਤੁਸੀਂ ਜਿੱਦਾਂ ਐਜੂਕੇਸ਼ਨ ਲਈ ਇੱਥੇ ਕਾਲਜ ਦੇ ਵਿੱਚ ਆਣ ਕੇ ਹੋਰ ਆਪਣੀ ਹਾਇਰ ਐਜੂਕੇਸ਼ਨ ਪ੍ਰਾਪਤ ਕੀਤੀ, ਹੂੰ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਜਿਹੜੀ ਅੱਜ ਕੱਲ੍ਹ ਆਮ ਜਿਹੀ ਹੋਈ ਆ, ਤੁਹਾਨੂੰ ਕਦੀ ਕਿਸੇ ਕਿਸਮ ਦਾ ਆਪਣੀ ਕਲਾਸ ਦੇ ਵਿੱਚ ਜਾਂ ਆਪਣੇ ਕਾਲਜ ਦੇ ਵਿੱਚ ਹੇਟ ਕ੍ਰਾਈਮ ਦਾ ਜਾਂ ਰੇਸ ਡਿਸਕ੍ਰਿਮੀਨੇਸ਼ਨ ਨੂੰ ਕਾਊਂਟਰ ਕਰਨ ਦਾ ਚਾਂਸ ਤੁਹਾਡੇ ਅੱਗੇ ਆਇਆ? ਜੇ ਆਇਆ ਤਾਂ ਹਾਂ, ਉਹਨੂੰ ਕਿਸ ਤਰ੍ਹਾਂ ਤੁਸੀਂ ਕਾਊਂਟਰ ਕੀਤਾ? ਨਹੀਂ, ਆਈ ਥਿੰਕ ਆਈ ਵਾਜ਼ ਫੋਰਚੂਨੇਟ ਕਿ ਮੈਨੂੰ ਕਦੀ ਵੀ ਰੇਸ਼ੀਅਲ ਜਾਂ ਹੇਟ ਮਤਲਬ ਵਨ ਆਫ ਰੋਡ ਤੇ ਕਿਸੇ ਨੇ ਬਰਾਊਨ ਕਹਿਤਾ, ਉਹ ਦੈਟਸ ਅ ਡਿਫਰੈਂਟ ਦੈਟ ਥਿੰਗ। ਇਜ਼ ਦੀ ਡਿਫਰੈਂਟ ਸਟੋਰੀ। ਹਾਂ। ਹਾਂਜੀ। ਬਟ ਯਾ ਆਈ ਹੈਵਨਟ ਵਿਟਨੈਸਡ, ਮੈਂ ਇਹਨੂੰ ਚੰਗੀ ਤਰ੍ਹਾਂ ਕਲੋਜ਼ਲੀ ਐਕਸਪੀਰੀਅੰਸ ਨਹੀਂ ਕੀਤਾ ਆਪ। ਓਕੇ। ਜੀ। ਅੱਛਾ, ਹਾਂਜੀ। ਅਖੀਰ ਦੇ ਵਿੱਚ ਇੱਕ ਮੇਰਾ ਸਵਾਲ ਹੈ, ਤੁਸੀਂ ਹੁਣ ਪੰਜਾਬ ਦੇ ਜਿਹੜੇ ਪੇਰੈਂਟਸ ਹੈ ਮੁੰਡੇ ਕੁੜੀਆਂ ਦੇ, ਔਰ ਜਿਹੜੇ ਮੁੰਡੇ ਕੁੜੀਆਂ ਵੀ ਆ ਜਿਹੜੇ ਬਾਹਰ ਆਉਣ ਨੂੰ ਬੜੇ ਉਤਾਵਲੇ ਬੈਠੇ ਆ, ਹਮ, ਉਹਨਾਂ ਨੂੰ ਇੱਕ ਕੀ ਸੁਨੇਹਾ ਸਾਡੇ ਚੈਨਲ ਦੇ ਰਾਹੀਂ ਦੇਣਾ ਚਾਹੁੰਦੇ? ਹਾਂਜੀ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਮੈਂ ਕਈ ਵਾਰੀ ਸੁਣਦੀ ਹਾਂ ਕਿ ਕਿਸੇ ਨੇ 28 ਲੱਖ ਦਿੱਤਾ ਤੇ ਕਿਸੇ ਨੇ 50 ਲੱਖ ਦਿੱਤਾ ਤੇ ਉਹ ਸਟੂਡੈਂਟ ਵੀਜ਼ੇ ਤੇ ਇੱਥੇ ਆ ਰਿਹਾ ਹੈ, ਹਾਂਜੀ। ਕੋਈ ਮੁੰਡਾ ਜਾਂ ਕੁੜੀ। ਤਾਂ ਮੇਰੀ ਗੁਜ਼ਾਰਿਸ਼ ਸਾਰਿਆਂ ਨੂੰ ਇਹੀ ਹੈ ਕਿ ਤੁਸੀਂ ਪੜ੍ਹੇ ਲਿਖੇ ਹੋ, ਮਤਲਬ 12ਵੀਂ ਪੜ੍ਹਿਆ ਬੰਦਾ ਵੀ ਜਾ ਕੇ ਇੰਟਰਨੈਟ ਤੇ ਆਪਣੇ ਫਾਰਮ ਭਰ ਸਕਦਾ ਹੈ। ਉਹ ਵੀ ਯੂਨੀਵਰਸਿਟੀ ਦੇ ਫਾਰਮ ਭਰ ਸਕਦਾ ਹੈ, ਐਡਮਿਸ਼ਨ ਲੈ ਸਕਦਾ ਹੈ। ਥੋੜਾ ਜਿਹਾ ਟਾਈਮ ਸਪੈਂਡ ਕਰੋ ਇਸ ਚੀਜ਼ ਤੇ, ਥੋੜਾ ਜਿਹਾ ਆਪਦੇ ਆਪ ਨੂੰ ਅਵੇਅਰ ਕਰੋ, ਐਜੂਕੇਟ ਕਰੋ। ਤੁਹਾਨੂੰ ਆਪਣੇ ਮਾਪਿਓ ਦੇ ਆਪਣੇ ਇੰਨੇ ਪੈਸੇ ਬਰਬਾਦ ਕਰਨ ਕੰਨ ਦੀ ਦੀ ਲੋੜ ਨਹੀਂ। ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਇਹ ਸਭ ਕੁਝ ਆਪ ਕਰ ਸਕਦੇ ਹੋ। ਜਿਹੜੇ ਐਗਜ਼ਾਮਸ ਨੇ, ਤਿਆਰੀ ਕਰੋ, ਆਪ ਦੇ ਕੇ ਆਓ। ਆਪਣੀ ਸਕਿੱਲ ਜਿਹੜੀ ਹੈ ਉਹਨੂੰ ਸਕਿੱਲ ਸੈਟ ਇੰਪਰੂਵ ਕਰਕੇ ਫਿਰ ਤੁਸੀਂ ਇੱਥੇ ਆਓ। ਠੀਕ ਹੈ ਜੀ। ਹਾਂਜੀ, ਤੇ ਇੱਕ ਮਤਲਬ ਏਜੰਟਸ ਜਾਂ ਜੋ ਵੀ ਹੈਗਾ ਇਹ ਸਭ ਕੁਝ ਤੁਸੀਂ ਆਪ ਕਰ ਸਕਦੇ ਹੋ। ਇਟਸ ਇਨਫੋਰਮੇਸ਼ਨ, ਯੂ ਆਰ ਜਸਟ ਹੈਵ ਟੂ ਫਿਲ ਦ ਫਾਰਮਸ। ਤੁਹਾਡੀ ਇਨਫੋਰਮੇਸ਼ਨ ਹੈ, ਤੁਹਾਡੇ ਤੋਂ ਜ਼ਿਆਦਾ ਕੋਈ ਹੋਰ ਨਹੀਂ ਜਾਣਦਾਗਾ। ਤੁਸੀਂ ਆਪਣੀ ਇਨਫੋਰਮੇਸ਼ਨ ਕਿਸੇ ਨੂੰ ਦੇਣੀ ਹੈ ਤੇ ਉਹਨਾਂ ਨੇ ਫਿਲ ਕਰਨੀ ਹੈ ਤੇ ਤੁਸੀਂ ਉਹਦੇ ਲਈ ਇੰਨੇ ਇੰਨੇ ਪੈਸੇ ਦੇ ਰਹੇ ਹੋ। ਸੋ ਹਾਂਜੀ। ਆਈ ਥਿੰਕ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਐਜੂਕੇਟ yourself, you know, enlighten yourself। ਤੁਹਾਡੇ ਕੋਲ ਇੰਟਰਨੈਟ ਹੈ, ਫੋਨ ਹੈ, ਅੱਜ ਕੱਲ੍ਹ ਇੰਡੀਆ 'ਚ ਸਭ ਕੁਝ ਅਵੇਲੇਬਲ ਹੈ। ਅੱਛਾ, ਤੁਸੀਂ ਘਰ ਦੇ ਵਿੱਚ ਪੰਜਾਬੀ ਬੋਲਦੇ ਜਾਂ ਇੰਗਲਿਸ਼ ਵਿੱਚ ਗੱਲ ਕਰਦੇ ਆ ਆਪਣੇ ਬੱਚਿਆਂ ਨਾਲ, ਹਸਬੈਂਡ ਨਾਲ? ਹਾਂਜੀ, ਮੈਂ ਪੰਜਾਬੀ 'ਚ ਹੀ ਗੱਲ ਕਰਦੀ ਹਾਂ ਜੀ। ਬੱਚੇ ਅੰਡਰਸਟੈਂਡ ਕਰਦੇ ਆ? ਹਾਂਜੀ, ਮੇਰੇ ਬੱਚੇ ਅੰਡਰਸਟੈਂਡ ਕਰਦੇ, ਪਰ ਹੁਣ ਜਿੱਦਾਂ ਦੋਨੋਂ ਸਕੂਲ ਜਾਣ ਲੱਗੇ ਆ ਤਾਂ ਹੁਣ ਉਹ ਮਤਲਬ ਮੁਸ਼ਕਿਲ ਹੈ ਥੋੜਾ ਜਿਹਾ। ਲੱਗ ਉਹ ਗਿਆ। ਸਾਡੇ ਹਾਂਜੀ। ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਜੀ, ਇਸ ਤਰ੍ਹਾਂ ਹੁੰਦਾ। ਹਾਂਜੀ। ਅੱਛਾ ਜੀ ਰਜਵਿੰਦਰ ਜੀ, ਤੁਹਾਡਾ ਸਾਡੇ ਸ਼ੋਅ ਤੇ ਆਉਣ ਲਈ ਬਹੁਤ ਬਹੁਤ ਥੈਂਕ ਯੂ। ਫਿਰ ਹਾਂਜੀ। ਕਿਸੇ ਕਿਸੇ ਹੋਰ ਟੌਪਿਕ ਤੇ ਫਿਰ ਕਦੀ ਮਿਲਾਂਗੇ। ਤਦ ਤੱਕ ਲਈ ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।